So good morning students, ਸਤਿ ਸ੍ਰੀ ਅਕਾਲ ਸਾਰਿਆਂ ਨੂੰ। मैं राकेश के ढल्ला from Government ITI मोहाली, Department of Technical Education and Industrial Training पंजाब। ਤੁਹਾਡਾ ਸਾਰਿਆਂ ਦਾ ਮੇਰੇ ਸੈਸ਼ਨ ਦੇ ਵਿੱਚ ਬਹੁਤ-ਬਹੁਤ ਸਵਾਗਤ। ਅੱਜ ਦਾ ਜਿਹੜਾ ਮੇਰਾ ਟੌਪਿਕ ਹੈਗਾ that is total productive maintenance। So as you know कि ਜਿਹੜਾ employability skill subjects ਦਾ chapter quality management ਸਾਡਾ ਚੱਲਦਾ ਪਿਆ ਸੀ, ਉਹਦੇ ਵਿੱਚ ਅਸੀਂ ਟੌਪਿਕ ਕਵਰ ਕਰਦੇ ਪਏ ਸੀ quality parameters। quality parameters ਅਸੀਂ ਥੋੜੇ ਜਿਹੇ ਡਿਸਕਸ ਕਰ ਲਏ ਸੀਗੇ। ਅੱਜ ਅਸੀਂ ਉਹਦੇ ਵਿੱਚ ਦੂਸਰਾ quality parameter ਡਿਸਕਸ ਕਰਨਾ that is total productive maintenance। ਉਹਨੂੰ ਡਿਟੇਲ ਦੇ ਵਿੱਚ ਅੱਜ ਡਿਸਕਸ ਕਰਾਂਗੇ। ਸੋ ਸਭ ਤੋਂ ਪਹਿਲਾਂ ਸੈਸ਼ਨ ਸਟਾਰਟ ਕਰਨ ਤੋਂ ਪਹਿਲਾਂ ਮੈਂ ਚਾਹੁੰਦਾ ਤੁਹਾਨੂੰ ਵੀ ਮੈਂ ਗਵਰਨਮੈਂਟ ITI ਮੋਹਾਲੀ ਦਾ ਤੁਹਾਨੂੰ ਛੋਟਾ ਜਿਹਾ ਟੂਰ ਕਰਵਾਵਾਂ। ਇੱਥੇ ITI ਗਵਰਨਮੈਂਟ ITI ਮੋਹਾਲੀ ਜਿਹੜੀ ਗਰਲਜ਼ ITI ਹੈਗੀ ਆ, ਇਹਦੇ ਵਿੱਚ ਆ ਜਿਹੜਾ ਐਂਟਰੈਂਸ ਬਲਾਕ ਹੈਗਾ ਇਹਦਾ ਐਡਮਿਨ ਬਲਾਕ ਹੈਗਾ। ਜੇ ਦੂਸਰੀ ਸਾਈਡ ਤੇ ਅਸੀਂ ਚਲੇ ਜਾਈਏ ਤਾਂ ਇਹਦਾ ਵਰਕਸ਼ਾਪਸ ਹੈਗੀਆਂ ਨੇ ਔਰ ਇਹਦੇ ਵਿੱਚ ਹੀ ਕਲਾਸਰੂਮਸ ਨੇ ਸਾਡੇ। ਇੱਧਰ ਪਲੇਗਰਾਊਂਡ ਹੈਗੀ ਆ ਔਰ ਇਸ ਦੀ ਬੈਕ ਸਾਈਡ ਦੇ ਉੱਤੇ ਵੀ ਇੱਕ ਵੱਡੀ ਪਲੇਗਰਾਊਂਡ ਹੈਗੀ ਆ। ਸੋ ਇਹਦੇ ਵਿੱਚ ਵੇਰੀਅਸ ਟ੍ਰੇਡ ਚੱਲਦੀਆਂ ਨੇ, ਤੁਸੀਂ ਸਕਰੀਨਸ਼ਾਟ ਲੈ ਸਕਦੇ ਤਾਂ ਜੋ ਤੁਹਾਡੇ ਜਿਹੜੇ ਰਿਲੇਟਿਵਸ ਹੈਗੇ ਆ ਜਾਂ ਫਰੈਂਡਸ ਹੈਗੇ ਆ ਉਹਨਾਂ ਨੂੰ ਤੁਸੀਂ ਇਨਫੋਰਮ ਕਰ ਸਕੋ। ਇਹ ਵੇਰੀਅਸ ਟ੍ਰੇਡਸ ਇੱਥੇ ਚੱਲਦੀਆਂ ਨੇ। ਸੋ ਇਸ ਤੋਂ ਇਲਾਵਾ ਥੋੜਾ ਜਿਹਾ ਇਹਦੇ ਵਿੱਚ ਹਾਈਟੈਕ ਕੋਰਸਿਸ ਵੀ ਚੱਲਦੇ ਨੇ ਜਿਨ੍ਹਾਂ ਦੇ ਵਿੱਚ ਪੋਲੀਟੈਕਨਿਕ ITI ਪਾਸ ਆਊਟ ਔਰ BTech ਸਟੂਡੈਂਟਸ ਦੇ ਲਈ ਸ਼ਾਰਟ ਟਰਮ ਕੋਰਸਿਸ ਕਰਵਾਉਂਦੇ ਆ ਜਿਨ੍ਹਾਂ ਦੀ ਜਿਹੜਾ ਟਾਈਮ ਹੈਗਾ ਸਪੈਨ ਉਹ 2 ਹਫ਼ਤੇ ਤੋਂ ਲੈ ਕੇ 4 ਹਫ਼ਤੇ ਤੱਕ ਹੈਗਾ। ਉਹਦੇ ਵਿੱਚ ਇੰਡਸਟਰੀਅਲ ਆਟੋਮੇਸ਼ਨ ਜਿਹਦੇ ਵਿੱਚ ਮਕੈਨੀਕਲ ਦੇ ਸਟੂਡੈਂਟਸ ਜੇ ਬੈਠੇ ਹੋਏ ਉਹਨਾਂ ਨੂੰ ਪਤਾ ਹੈਗਾ ਕਿ ਨਿਊਮੈਟਿਕਸ ਜਿਹੜੀ 에ਅਰ ਨਾਲ ਚਲਾਉਣ ਵਾਲੀ ਮਸ਼ੀਨਰੀ ਹੁੰਦੀ ਆ ਉਹਦੇ ਕੰਟਰੋਲਸ ਔਰ ਸਰਕਟ ਡਿਜ਼ਾਈਨਿੰਗ ਆਪਾਂ ਸਿਖਾਉਂਦੇ ਆ। ਔਰ ਦੂਸਰਾ ਹੈਗਾ CNC ਪ੍ਰੋਗਰਾਮਿੰਗ। ਇਹ 2 ਮਕੈਨੀਕਲ ਕੋਰਸਿਸ ਨੇ। ਜਿਹੜਾ ਪਰ ਇੰਡਸਟਰੀਅਲ ਆਟੋਮੇਸ਼ਨ ਕੋਰਸ ਹੈਗਾ ਉਹ ਗਰਲਸ ਵੀ ਜੁਆਇਨ ਕਰ ਸਕਦੀਆਂ ਜਿਹੜੀਆਂ ਕੋਈ ਮਕੈਨੀਕਲ ਦੇ ਵਿੱਚ, ਇਲੈਕਟ੍ਰੀਕਲ ਦੇ ਵਿੱਚ ਜਾਂ ਇਲੈਕਟ੍ਰੋਨਿਕਸ ਦੇ ਵਿੱਚ ਡਿਪਲੋਮਾ ਜਾਂ ITI ਕਰਦੀਆਂ ਪਈਆਂ। ਉਹ ਕੋਰਸਿਸ ITI ਮੋਹਾਲੀ ਦੇ ਵਿੱਚ ਹੋ ਸਕਦੇ ਨੇ। ਅੱਗੇ ਚੱਲਦੇ ਹਾਂ। ਸੋ ਕਿਉਂਕਿ ਲਾਕਡਾਊਨ ਦਾ ਟਾਈਮ ਹੈਗਾ, ਲਾਕਡਾਊਨ ਦੇ ਵਿੱਚ ਸਾਰੇ ਸਟੂਡੈਂਟਸ ਘਰ ਬੈਠੇ ਹੋਏ, ਇੰਡਸਟਰੀਜ਼ ਵੀ ਜਿਹੜੀਆਂ ਹੈਗੀਆਂ ਬਹੁਤ ਲਿਮਿਟਿਡ ਰਨ ਹੋ ਰਹੀਆਂ, ਪਲੇਸਮੈਂਟ ਬੱਚਿਆਂ ਦੀ ਬਹੁਤ ਘੱਟ ਹੈ। ਇਸ ਕਰਕੇ ਸਾਡੇ ਡਿਪਾਰਟਮੈਂਟ ਨੇ ਇੱਕ ਵਿਰਚੁਅਲ ਪਲੇਸਮੈਂਟ ਡਰਾਈਵਸ ਸਟਾਰਟ ਕੀਤੀਆਂ ਨੇ। ਉਹਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਘਰ ਬੈਠੇ ਤੁਹਾਡੀ ਇੰਟਰਵਿਊ ਹੋ ਜਾਏਗੀ ਔਰ ਵੇਰੀਅਸ ਜਿਹੜੀਆਂ ਇੰਡਸਟਰੀਜ਼ ਨੇ ਉਹਨਾਂ ਦੇ ਵਿੱਚ ਤੁਹਾਡੀ ਪਲੇਸਮੈਂਟ ਹੋ ਜਾਏਗੀ। ਇਹਦਾ ਤੁਸੀਂ ਪਲੀਜ਼ ਸਕਰੀਨਸ਼ਾਟ ਸਾਰੇ ਜਾਣੇ ਲੈ ਲਿਓ। ਇੱਥੇ ਲਿੰਕ ਦਿੱਤਾ ਹੋਇਆ ਇੱਕ, ਇੱਥੇ ਕਲਿੱਕ ਕਰਕੇ ਆਪਣੇ ਆਪ ਨੂੰ ਰਜਿਸਟਰ ਕਰਕੇ ਤੁਸੀਂ ਇੰਟਰਵਿਊ ਲਈ ਆਪਣੇ ਆਪ ਨੂੰ ਐਲੀਜੀਬਲ ਵੇਰੀਅਸ ਟ੍ਰੇਡਸ ਦੇ ਵਿੱਚ ਕਰ ਸਕਦੇ ਹੋ। ਔਰ ਇਸ ਤੋਂ ਬਾਅਦ ਪਟਿਆਲਾ ITI ਵੀ ਇਹਦੇ ਵਿੱਚ ਇਨੀਸ਼ੀਏਟਿਵ ਲੈਣ ਜਾ ਰਹੀ ਹੈ ਔਰ ਜਲਦ ਹੀ ਬਹੁਤ ਸਾਰੀਆਂ ITI ਆ ਇਹਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਹੈਗੀਆਂ ਇਨਵੋਲਵ ਹੋਣਗੀਆਂ। ਸਾਰੇ ਜਾਣਿਆਂ ਨੂੰ ਇਹ ਰਿਕੁਐਸਟ ਹੈ ਕਿ ਇਹਦਾ ਸਕਰੀਨਸ਼ਾਟ ਲੈ ਲਓ, ਐਡਵਾਈਸ ਹੈ ਮੇਰੀ, ਤਾਂ ਜੋ ਪਲੇਸਮੈਂਟ ਦੇ ਵਿੱਚ ਤੁਸੀਂ ਵੀ ਜਿਹੜਾ ਆਪਣਾ ਹਿੱਸਾ ਲੈ ਸਕੋ ਔਰ ਜੌਬ ਹਾਸਲ ਕਰ ਸਕੋ। ਨੈਕਸਟ ਇਜ਼ ਐਜ਼ ਯੂ ਨੋ ਕਿ ਪੰਜਾਬ ਦੇ ਜਿਹੜੇ ਮਾਨਯੋਗ ਮੁੱਖ ਮੰਤਰੀ ਜੀ ਨੇ ਸਰਦਾਰ ਕੈਪਟਨ ਅਮਰਿੰਦਰ ਸਿੰਘ ਜੀ, ਉਹਨਾਂ ਨੇ ਇੱਕ COVID-19 ਦੇ ਅਗੇਂਸਟ ਮਿਸ਼ਨ ਫਤਿਹ ਚਲਾਇਆ। ਸੋ ਸਾਨੂੰ ਸਾਰਿਆਂ ਨੂੰ ਪਤਾ ਵੀ ਆਪਾਂ ਮਹਾਮਾਰੀ ਦੇ ਵਿੱਚ ਜੂਝਦੇ ਪਏ ਆ, ਸਾਰਾ ਦੁਨੀਆ ਜੂਝਦੀ ਪਈ ਆ ਇਸ ਵੇਲੇ, ਇੰਡੀਆ ਜੂਝਦਾ ਪਿਆ, ਪੰਜਾਬ ਜੂਝਦਾ ਪਿਆ। ਇਸ ਫਾਈਟ ਚੋਂ ਆਪਾਂ ਬਾਹਰ ਨਿਕਲਣਾ, ਇਸ ਮਹਾਮਾਰੀ ਚੋਂ ਆਪਾਂ ਬਾਹਰ ਨਿਕਲਣਾ, ਇਹਦੇ ਅਗੇਂਸਟ ਫਾਈਟ ਕਰਨੀ ਆ। ਜੋ ਵੀ ਸਰਕਾਰ ਦੁਆਰਾ ਸਾਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਉਹਦੀਆਂ ਪਾਲਣਾ ਆਪਾਂ ਕਰਾਂਗੇ ਤਾਂ ਜੋ ਇਹਦੀ ਜਿੱਤ ਜਿਹੜੀ ਆ ਪੰਜਾਬ ਨੂੰ ਵੱਧ ਤੋਂ ਵੱਧ ਔਰ ਜਲਦੀ ਤੋਂ ਜਲਦੀ ਮਿਲ ਸਕੇ। ਇਹਦੇ ਵਿੱਚ ਤੁਸੀਂ ਕੀ ਨੋਰਮਸ ਜੋ ਵੀ ਸਰਕਾਰ ਤੁਹਾਨੂੰ ਹਦਾਇਤਾਂ ਦਿੰਦੀਆਂ ਉਹ ਫੋਲੋ ਕਰਨੀਆਂ, ਜਿਵੇਂ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨੀ ਆ, ਆਪਣੇ ਰੈਗੂਲਰ ਹੈਂਡ ਵਾਸ਼ ਕਰਨੇ ਨੇ, ਰਾਈਟ, ਸੈਨੀਟਾਈਜ਼ ਕਰਨਾ ਆਪਣੇ ਆਪ ਨੂੰ, ਔਰ ਹਰ ਤਰ੍ਹਾਂ ਦੀ ਮਾਸਕ ਪਾ ਕੇ ਬਾਹਰ ਜਾਣਾ ਹੈਗਾ। ਜਦੋਂ ਜ਼ਰੂਰਤ ਆ ਉਦੋਂ ਘਰੋਂ ਅਸੀਂ ਬਾਹਰ ਜਾਣਾ। ਸੋ ਇਹ COVID-19 ਦੇ ਅਗੇਂਸਟ ਸਾਡਾ ਪੰਜਾਬ ਜਿਹੜਾ ਆ ਮਿਸ਼ਨ ਫਤਿਹ ਚਲਾ ਰਿਹਾ ਇਸ ਵੇਲੇ। ਇਹ ਸਾਰੇ ਸਟੂਡੈਂਟਸ ਨੂੰ, ਪਾਰਟਿਸਿਪੈਂਟਸ ਨੂੰ ਪਤਾ ਹੋਣਾ ਚਾਹੀਦਾ। ਹੁਣ ਅਸੀਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ। ਸੋ ਅੱਜ ਦਾ ਜਿਹੜਾ ਸੈਸ਼ਨ ਹੈਗਾ ਮੈਂ ਆਲਰੇਡੀ ਤੁਹਾਨੂੰ ਕਹਿ ਚੁੱਕਾ ਹਾਂ ਕਿ ਉਹ ਕੁਆਲਿਟੀ ਪੈਰਾਮੀਟਰਸ ਦੇ ਵਿੱਚੋਂ ਟੋਟਲ ਪ੍ਰੋਡਕਟਿਵ ਮੇਨਟੇਨੈਂਸ ਆਪਾਂ ਕਵਰ ਕਰਨਾ। ਪਹਿਲਾਂ ਥੋੜਾ ਜਿਹਾ ਰੀਕਾਲ ਕਰ ਲਈਏ ਅਸੀਂ ਕੀ ਕੀਤਾ ਸੀਗਾ। ਕੁਆਲਿਟੀ ਪੈਰਾਮੀਟਰਸ ਦੇ ਵਿੱਚ ਅਸੀਂ ਕੁਆਲਿਟੀ ਸਰਕਲਸ ਕਰ ਲਿਆ ਸੀ, QC ਇਹਦੀ ਫਾਰਮ ਯਾਦ ਕਰਨਾ ਤੁਸੀਂ, ਟੋਟਲ ਪ੍ਰੋਡਕਟਿਵ ਮੇਨਟੇਨੈਂਸ TPM ਸੀਗਾ, ਅਸੀਂ ਰੀਡ ਆਊਟ ਕੀਤਾ ਸੀਗਾ ਸਿਰਫ। ਕੁਆਲਿਟੀ ਮੈਨੇਜਮੈਂਟ ਸਿਸਟਮ QMS ਹੋ ਗਿਆ, 5S ਕੰਸੈਪਟ, ਕਾਈਜ਼ਨ, ਟੋਟਲ ਕੁਆਲਿਟੀ ਮੈਨੇਜਮੈਂਟ। ਇੱਕ ਡੀਅਰ ਪਾਰਟਿਸਿਪੈਂਟਸ ਤੁਸੀਂ ਇਹ ਜ਼ਰੂਰ ਯਾਦ ਰੱਖਣਾ ਕਿ ਇਹਨਾਂ ਦੀਆਂ ਐਕਸਪੈਂਸ਼ਨਸ ਕੀ ਨੇ, ਸ਼ਾਰਟ ਫਾਰਮ ਕੀ ਨੇ। QC ਜਿੱਥੇ ਤੁਹਾਨੂੰ ਪੇਪਰ ਦੇ ਵਿੱਚ ਆ ਜਾਂਦਾ ਤੁਸੀਂ ਕੁਆਲਿਟੀ ਸਰਕਲ ਉਹਦਾ ਟਿਕ ਕਰੋਗੇ ਆਨਸਰ,
TPM जिथे आ जाता टोटल प्रोडक्टिव मेंटेनेंस टिक करूंगे, QMS आ जाता क्वालिटी मैनेजमेंट सिस्टम टिक करूंगे, राइट। 5S करूंगे मैं आगे जाके डिटेल दे विच करवावांगा तुहानू, काइजन भी तुहानू डिटेल दे विच करवावांगा, जिथे तुहानू टोटल क्वालिटी मैनेजमेंट आ जाता। TQM नु तुसी टिक करोगे। सो TQM दा फुल फॉर्म टोटल क्वालिटी मैनेजमेंट। ये डियर पार्टिसिपेंट्स मेरे खास करके जिहड़े स्टूडेंट्स बैठे हुए आ उन्हां नू ये जिहड़ियां फुल फॉर्म्स जरूर आनियां चाहिए, पेपर दे विच आ सकदियां ने। सो नाउ स्टार्ट करते हैं असी। TPM की हैगा, TPM कंसैप्ट की हैगा, ये क्वालिटी पैरामीटर सानू की सिखाउंदा है, की करन नू कहंदा है, ये आपां डिटेल दे विच सारिआं ने डिस्कस करना है। सो पहला मैं ये रीड आउट करन तो पहला स्लाइड तुहानू थोड़ा जिहा कंसैप्ट मैं क्लीयर कर देना चाहना। जदों तुसी अपनी ITI क्लीयर कर लेनी आ, उदों जाके जिहड़े डिपार्टमेंट्स जिहड़ी इंडस्ट्रीज तुसी दे विच जाके काम करना, उत्थे वेरीअस डिपार्टमेंट्स काम करते हैं। मैं पहले भी कई बारी यह गल कर चुका भी किन्ने तरह के डिपार्टमेंट्स काम करते हैं इंडस्ट्री दे विच। मैं बार बार रिपीट करदा इस चीज़ नू, क्योंकि तुहानू बेसिकली पता होना चाहिए है कि किहड़े-किहड़े डिपार्टमेंट्स दे विच जाके तुसी काम कर सकते हो, कित्थे-कित्थे तुहाडा स्कोप हैगा आ, राइट। सो किहड़े-किहड़े डिपार्टमेंट आ, प्रोडक्शन डिपार्टमेंट हो गया, क्वालिटी कंट्रोल डिपार्टमेंट हो गया, PPP डिपार्टमेंट प्रोडक्शन प्लानिंग जिन्हों कहते हैं, मार्केटिंग हो गया, सेल्स हो गया, स्टोर्स हो गया, राइट, डिजाइन डिपार्टमेंट हो गया, R&D डिपार्टमेंट हो गया। इस वेरीअस डिपार्टमेंट्स काम करते हैं इंडस्ट्रीज दे विच, जिन्हां दी अपनी अपनी ड्यूटी निभा के अल्टीमेट गोल किसी ऑर्गेनाइजेशन का अचीव होंदा। ਇਹਦੇ ਵਿੱਚ ਜੇ ਆਪਾਂ ਦੇਖੀਏ रूट ग्रास ਦੇ ਉੱਤੇ ਜਿਹੜੇ ਲੋਕ ਕੰਮ ਕਰਦੇ ਨੇ, ਪ੍ਰੋਡਕਸ਼ਨ ਡਿਪਾਰਟਮੈਂਟ ਦੇ ਵਿੱਚ ਜਿਹੜੇ ਆਪਰੇਟਰਸ ਮਸ਼ੀਨਾਂ ਦੇ ਉੱਪਰ ਕੰਮ ਕਰਦੇ ਨੇ, ਜਿਹੜੇ ਕੰਪੋਨੈਂਟ ਤਿਆਰ ਕਰਦੇ ਪਏ, ਜਿਹੜੇ ਬੇਸਿਕਲੀ ਪ੍ਰੋਡਕਸ਼ਨ ਦੇ ਰਹੇ ਆ ਇੰਡਸਟਰੀ ਨੂੰ, ਉਹਨਾਂ ਦਾ ਬਹੁਤ ਵੱਡਾ ਰੋਲ ਆ। ਬੇਸਿਕਲੀ ਮਸ਼ੀਨਾਂ ਉਹਨਾਂ ਨੇ ਚਲਾਣੀਆਂ, ਪ੍ਰੋਡਕਸ਼ਨ ਉਹਨਾਂ ਨੇ ਸਟਾਰਟ ਕਰਨੀ। ਸੋ ਜਿਹੜੇ ਵੀ ਆਪਰੇਟਰਸ ਮਸ਼ੀਨਾਂ ਦੇ ਉੱਪਰ ਕੰਮ ਕਰਦੇ ਪਏ ਆ, ਉਹ ਇਹ ਸੋਚਦੇ ਆ ਕਿ ਜਿਹੜੀ ਮਸ਼ੀਨ ਤੇ ਮੈਂ ਕੰਮ ਕਰਦਾ ਪਿਆ, ਮੇਰਾ ਕੰਮ ਇਹ ਆ ਕਿ ਮੈਂ ਉੱਥੇ ਸਿਰਫ ਪ੍ਰੋਡਕਸ਼ਨ ਦੇਣੀ ਆ, ਕੰਪੋਨੈਂਟ ਪ੍ਰੋਡਿਊਸ ਕਰਨੇ ਆ। ਜੇ ਮਸ਼ੀਨ ਦੇ ਵਿੱਚ ਕੋਈ ਕਿਸੇ ਵੀ ਤਰ੍ਹਾਂ ਦੀ ਐਬਨੋਰਮੈਲਿਟੀ ਆਂਦੀ ਆ ਜਾਂ ਚੱਲਦੇ ਹੋਏ ਉਹ ਮਸ਼ੀਨ ਬੰਦ ਹੋ ਜਾਂਦੀ ਆ, ਉਹਦੀ ਜਿਹੜਾ ਰੱਖ ਰਖਾਵ ਹੈਗਾ ਆ ਉਹ ਦੂਸਰਾ ਡਿਪਾਰਟਮੈਂਟ ਕਰੂਗਾ। ਉਹ ਦੂਸਰਾ ਡਿਪਾਰਟਮੈਂਟ ਕਿਹੜਾ? ਮੇਨਟੇਨੈਂਸ ਡਿਪਾਰਟਮੈਂਟ। ਗੱਲ ਵੀ ਠੀਕ ਆ। ਮੇਨਟੇਨੈਂਸ ਡਿਪਾਰਟਮੈਂਟ ਦੀ ਰਿਸਪੌਂਸਿਬਿਲਿਟੀ ਜਿਹੜੀ ਹੈਗੀ ਆ ਮਸ਼ੀਨਾਂ ਨੂੰ मेनटेन करन दी है। जदों भी उहदे च किसी भी तरह का कोई फॉल्ट आ जाता उन्होंने ठीक करना, और फॉल्ट ना आवे इस करके उहदियां रेगुलर मेनटेनेंसिस करनी। और जिहड़े प्रोडक्शन के ऑपरेटर्स ने उन्हों का काम यह है कि उन्होंने कंपोनेंट तैयार करने। हर एक डिपार्टमेंट की अपनी अपनी एक रिस्पॉन्सिबिलिटी है, मैं पहला भी दस चुका सानू। बट जे आप दूसरी साइड ते देखिए, घर दे विच जिहड़े साडे कोल वाहीकल्स ने, से साडे कोल कोई स्कूटर आ, मोटरसाइकिल आ, कार आ, जां कोई होर वाहीकल हैगा आ, जदों भी उहदी सर्विस ड्यू हो जाती है जां उहदे विच किसी भी तरह की कोई एबनॉर्मैलिटी आ जाती है, कोई एबनॉर्मल साउंड आंदी पई आ, कोई किसी भी तरह का होर कोई फॉल्ट हैगा आ, उहदियां ब्रेक्स नहीं काम करदियां पईयां, उहदा गियर नहीं काम करदे पे, उहदा क्लच नहीं काम करदा पिया, फिर असीं की करदे आ, मकैनिक दे कोल लैके जाने आ ਜਾਂ ਉਹਨੂੰ ਸਰਵਿਸ ਸੈਂਟਰ ਦੇ ਵਿੱਚ ਲੈ ਕੇ ਜਾਂਦੇ ਆ, ਤਾਂ ਔਰ ਮਕੈਨਿਕ ਨੂੰ ਜਾ ਕੇ ਖੁਦ ਦੱਸਦੇ ਆ ਕਿ ਇਹਦੇ ਵਿੱਚ ਕੀ ਐਬਨੋਰਮੈਲਿਟੀ ਆ, ਕਿ ਇਹਦੀ ਰੂਟੀਨ ਮੇਨਟੇਨੈਂਸ ਹੈਗੀ ਆ ਜਾਂ ਰੂਟੀਨ ਸਰਵਿਸ ਹੈਗੀ ਆ। ਉਸੇ ਤਰ੍ਹਾਂ ਹੀ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਜੋ ਸਾਨੂੰ ਦਿੱਕਤਾਂ ਆ ਰਹੀਆਂ, ਆਪਾਂ ਮਕੈਨਿਕ ਨੂੰ ਜਾਂ ਸਰਵਿਸ ਸੈਂਟਰ ਨੂੰ ਦੱਸ ਕੇ ਉਹ ਦਿੱਕਤਾਂ ਨੂੰ ਠੀਕ ਕਰਵਾਉਂਦੇ, ਆਪਣਾ ਵਹੀਕਲ ਜਿਹੜਾ ਉਹ ਅਪਡੇਟ ਰੱਖਦੇ ਆ, ਰਾਈਟ। ਕਿਉਂ ਅਪਡੇਟ ਰੱਖਦੇ ਆ? ਉਹ ਇਸੇ ਕਰਕੇ ਆਪਾਂ ਆਪਣਾ, क्योंकि असी ओनर हाँ उस चीज़ के, आपां अपने वाहीकल के ओनर हाँ, मालक आ, सानू अपने वाहीकल की चिंता आ, और उस दे नाल नाल सानू अपनी भी चिंता आ। ये ना होवे भी कल असी किते जा रहे हैं उस वाहीकल के उत्ते रस्ते दे विच कोई ज़्यादा फॉल्ट पै जाए, सानू डिले हो जाए जांदे होए, जां कोई एक्सीडेंट ना कॉज हो जाए रस्ते दे विच। सो इदां दीयां गल्लां तो बचण दे लई, जां उहदे च कोई छोटा फॉल्ट करके असीं इदां ही चलाते रहिए, वड्डा फॉल्ट ना पै जाए, कोई ज़्यादा खर्चे ना आ जाण उहदे ते, इस करके असीं उस चीज़ नूं मेनटेन करवाने हैं, और आपां उस चीज़ दे मालक। हुण असीं दूसरी साइड ते आने, हुण टोटल प्रोडक्टिव मेंटेनेंस कंसैप्ट की है? टोटल प्रोडक्टिव मेंटेनेंस कंसैप्ट यही आ कि जिहड़े ऑपरेटर मशीनां दे उपर काम करदे पे आ, इनू ਉਹ अपना समझ, ਉਹਨਾਂ ਦੇ ਵਿੱਚ एक ओनरशिप आवे, काम करन दा एक जज्बा आवे, वो समझन कि जिहड़ी मशीन दे उत्ते मैं काम करदा पिया वो मेरी अपनी मशीन आ, इनू अपडेट रखना मेरी रिस्पॉन्सिबिलिटी आ, मैं संभालांगा इस मशीन नू।
ਸੋ ਉਹਦੇ ਵਿੱਚ ਇੱਕ ਕੰਸਰਨ ਜਿਹੜਾ ਆ ਉਹ ਡਿਵੈਲਪ ਕਰਨ ਨੂੰ ਆਪਾਂ TPM ਕਨਸੈਪਟ ਗਾਈਡ ਕਰਦਾ ਸਾਨੂੰ। ਸੋ ਹੁਣ ਮੈਂ ਦੱਸਦਾ ਪੜ੍ਹ ਕੇ ਤੁਹਾਨੂੰ ਕਿ TPM ਕਨਸੈਪਟ ਸਾਰੀਆਂ ਗੱਲਾਂ ਮੈਂ ਤੁਹਾਨੂੰ ਐਕਸਪਲੇਨ ਕਰ ਦਿੱਤੀਆਂ ਜੋ ਵੀ ਲਿਖਿਆ ਹੋਇਆ। ਸੋ ਹੈ ਕੀ ਹੈ? ਸੋ TPM ਜਿਹੜਾ ਹੈ, TPM is a system oriented structured approach toward excellence. It is a powerful means to achieve high level product quality and productivity. Obvious ਹੈਗਾ ਜਿਹੜੇ ਅਸੀਂ ਮਸ਼ੀਨਾਂ ਦੇ ਉੱਤੇ ਪ੍ਰੋਪਰ ਮੇਨਟੇਨੈਂਸ ਕਰਦੇ ਹਾਂ ਔਰ ਜਿਹੜਾ ਆਪਰੇਟਰ ਹੈਗਾ ਉਹ ਆਪਣੇ ਆਪ ਨੂੰ ਉਸ ਮਸ਼ੀਨ ਦਾ ਮਾਲਕ ਸਮਝਦਾ, ਓਨਰ ਸਮਝਦਾ, ਉਹ ਮਸ਼ੀਨ ਨੂੰ ਅਪਡੇਟ ਰਖਾਉਂਦਾ ਤੇ ਉਹ ਮਸ਼ੀਨ 'ਚ ਕਦੀ ਨੁਕਸ ਨਹੀਂ ਪਏਗਾ, ਉਹਦੇ ਨਾਲ ਪ੍ਰੋਡਕਟਿਵਿਟੀ ਇਨਕਰੀਜ਼ ਹੋਏਗੀ ਕਿਉਂਕਿ ਉਹਦੇ ਕਿਸੇ ਵੀ ਤਰ੍ਹਾਂ ਦੇ ਉਹਦੇ 'ਚ ਪ੍ਰੋਸੈਸ ਦੇ ਵਿੱਚ ਐਰਰਸ ਨਹੀਂ ਡਿਵੈਲਪ ਹੋਣਗੇ, ਇਸ ਕਰਕੇ ਜਿਹੜੀ ਕੁਆਲਿਟੀ ਮੇਨਟੇਨ ਹੋਏਗੀ। ਹੁਣ TPM ਨੂੰ ਆਪਾਂ ਅਚੀਵ ਕਿੱਦਾਂ ਕਰਨਾ ਹੈ, ਰਾਈਟ? ਜਿੰਨੇ ਵੀ ਇੰਡਸਟਰੀ ਦੇ ਵਿੱਚ ਰਿਸੋਰਸਿਸ ਹੈਗੇ ਨੇ ਲਾਈਕ ਮੈਨ, ਮਸ਼ੀਨ, ਮਟੀਰੀਅਲ, ਮਨੀ, ਮਿਨਟਸ, ਸਪੇਸ, ਇਹਨਾਂ ਦੀ ਐਫੀਸ਼ੀਐਂਟ ਯੂਟਿਲਾਈਜੇਸ਼ਨ ਕਰਕੇ ਸਾਰੇ ਰਿਸੋਰਸਿਸ ਦੀ ਆਪਾਂ ਐਫੀਸ਼ੀਐਂਟ ਯੂਟਿਲਾਈਜੇਸ਼ਨ ਕਰਨੀ, ਉਹਦੇ ਨਾਲ ਸਾਨੂੰ TPM ਜਿਹੜਾ ਅਚੀਵ ਹੋਏਗਾ। ਟੋਟਲ EMPLOYEES ਪਾਰਟਿਸਿਪੇਸ਼ਨ ਥਰੂ ਗਰੁੱਪ ਐਕਟੀਵਿਟੀਜ਼ ਐਂਡ ਆਟੋਨੋਮਸ ਮੇਨਟੇਨੈਂਸ। ਆਟੋਨੋਮਸ ਮੇਨਟੇਨੈਂਸ ਅੱਗੇ ਜਾ ਕੇ ਆਪਾਂ ਪੜ੍ਹਦੇ ਹਾਂ। ਵੱਡੇ ਪੱਧਰ ਦੇ ਉੱਤੇ ਮਸ਼ੀਨਾਂ ਦੀ ਮੇਨਟੇਨੈਂਸ ਕਰਕੇ ਤੇ ਜਿੰਨੇ ਵੀ EMPLOYEES ਉਸ ਜਗ੍ਹਾ ਤੇ ਕੰਮ ਕਰਦੇ ਪਏ, ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰਦੇ ਪਏ, ਉਹਨਾਂ ਦੀ ਗਰੁੱਪ ਐਕਟੀਵਿਟੀਜ਼ ਕਰਾ ਕੇ, ਸਾਰੇ ਵਰਕਰਸ ਦੀ ਇਨਵੋਲਵਮੈਂਟ ਕਰਵਾ ਕੇ, ਸਾਰੇ ਮੁਲਾਜ਼ਮਾਂ ਦੀ ਇਨਵੋਲਵਮੈਂਟ ਕਰਕੇ ਸਾਨੂੰ TPM ਜਿਹੜਾ ਆ ਉਹ ਅਚੀਵ ਹੁੰਦਾ ਆ। ਸੋ TPM ਦਾ ਇੱਕ ਬੜਾ ਵੱਡਾ ਕਨਸੈਪਟ ਆ, ਮੈਂ ਪਹਿਲੇ ਵੀ ਇਹ ਗੱਲ ਕਰ ਚੁੱਕਾ, TPM ਚੇਂਜਸ ਦੀ ਐਟੀਟਿਊਡ ਆਫ ਦੀ ਆਪਰੇਟਰ। ਅਸੀਂ ਉਹਨਾਂ ਨੂੰ ਸਮਝਾਉਣਾ, ਉਹਨਾਂ ਦਾ ਮਾਈਂਡ ਸੈਟਅਪ ਇਸ ਤਰੀਕੇ ਦੇ ਨਾਲ ਕਰਨਾ ਕਿ ਉਹ ਮਸ਼ੀਨ ਨੂੰ ਆਪਣਾ ਸਮਝਣ, ਉਹਦਾ ਇੱਕ ਐਟੀਟਿਊਡ ਚੇਂਜ ਹੋ ਜਾਏ, ਉਹ ਆਪਣੀ ਮਸ਼ੀਨ ਦੇ ਨੁਕਸ, ਉਹਦਾ ਪ੍ਰੋਡਕਸ਼ਨ ਲਾਸ ਕਿਸੇ ਹੋਰ ਦੇ ਉੱਤੇ ਨਾ ਸਿੱਟੇ, ਉਹ ਕਹੇ ਇਟ ਇਜ਼ ਮਾਈ ਮਸ਼ੀਨ, ਕਿ ਇਸ ਮਸ਼ੀਨ ਨੂੰ ਮੇਨਟੇਨ ਕਰਨਾ ਵੀ ਮੇਰੀ ਜ਼ਿੰਮੇਵਾਰੀ ਹੈ ਕਿਉਂਕਿ ਮਸ਼ੀਨ ਹੀ ਮੇਰੀ ਹੈ, ਰਾਈਟ? ਸੋ ਇਹ ਕਨਸੈਪਟ ਜਿਹੜਾ ਹੈਗਾ TPM ਕਨਸੈਪਟ ਹੈਗਾ। ਆਬਜੈਕਟਿਵਸ ਕੀ ਹੈਗੇ ਆ? ਆਬਜੈਕਟਿਵਸ ਆਪਾਂ ਡਿਸਕਸ ਕਰਦੇ ਹਾਂ ਡਿਟੇਲ ਦੇ ਵਿੱਚ। ਸੋ get operator in touch with their equipment to make them more familiar with it, develop curiosity and sense of belonging, of ownership and concern। ਬਾਰ-ਬਾਰ ਉਹੀ ਇੱਕ ਪੁਆਇੰਟ ਆ ਰਿਹਾ, ਉਹਦੇ ਤੇ ਹੀ ਫੋਕਸ ਕੀਤਾ ਜਾ ਰਿਹਾ। ਕੀ ਹੈਗਾ? ਦੇਖੋ ਆਪਰੇਟਰ ਨੂੰ ਇਹ ਤਾਂ ਪਤਾ ਹੀ ਆ ਮਸ਼ੀਨ ਕਿੱਦਾਂ ਚਲਾਣੀ ਆ, ਉਹਦੇ 'ਚ ਕਿਹੜਾ ਪਾਰਟ ਕਦੋਂ ਸੈੱਟ ਕਰਨਾ, ਡਾਈਆਂ ਕਿਵੇਂ ਸੈੱਟ ਕਰਨੀਆਂ ਜਾਂ ਹੋਰ ਚੀਜ਼ ਕਿਵੇਂ ਸੈੱਟ ਕਰਨੀ ਆ। ਜਿਵੇਂ ਗਰਲਸ ਬੈਠੀਆਂ ਹੋਈਆਂ ਆ, ਮਸ਼ੀਨਾਂ ਉਹਨਾਂ ਨੇ ਚਲਾਉਣੀਆਂ ਨੇ ਅੱਗੇ ਜਾ ਕੇ, ਸਹੀ? ਔਰ ਉਹਦੇ ਵਿੱਚ ਜਿਵੇਂ ਫਿਰਕੀ 'ਚ ਧਾਗਾ ਪਾਣਾ ਜਾਂ ਉਹਦੀ ਕਿੱਥੇ ਕਿੱਥੇ ਆਇਲਿੰਗ ਕਰਨੀ ਹੈ, ਤਾਂ ਸਾਰਿਆਂ ਨੂੰ ਪਤਾ। ਇਸੇ ਤਰ੍ਹਾਂ ਹੀ ਜਿਹੜੇ ਆਪਰੇਟਰਸ ਕੰਮ ਕਰਦੇ ਨੇ ਉਹਨਾਂ ਨੂੰ ਮਸ਼ੀਨ ਦੇ ਚਲਾਉਣ ਬਾਰੇ ਤਾਂ ਸਾਰੀ ਨੌਲੇਜ ਹੁੰਦੀ ਹੈ, ਬਟ ਉਹਨੂੰ ਮਸ਼ੀਨ ਨੂੰ ਚਲਾਉਣ ਤੋਂ ਇਲਾਵਾ ਸਾਰੀਆਂ ਚੀਜ਼ਾਂ ਨਾਲ ਫੈਮਲੀਅਰ ਕਰਾਉਣਾ, ਜਾਣੂ ਕਰਵਾਉਣਾ ਕਿ ਇਹਦੇ ਵਿੱਚ ਇੰਟਰਨਲ ਕੰਟਰੋਲਸ ਕਿਹੜੇ ਕਿਹੜੇ ਆ, ਜੇ ਅਸੀਂ ਕਿਸੇ ਕੰਟਰੋਲ ਨੂੰ ਡਿਸਟਰਬ ਕਰਦੇ ਆ ਤੇ ਉਹਦੇ ਨਾਲ ਕੀ ਹੋਏਗਾ, ਕਿਹੜੀ ਚੀਜ਼ ਦੀ ਕੀ ਇੰਪੋਰਟੈਂਸ ਆ, ਜੇ ਕੋਈ ਚੀਜ਼ ਖਰਾਬ ਹੋ ਜਾਂਦੀ ਆ ਤੇ ਉਹਨੂੰ ਕਿਹੜੇ ਤਰੀਕੇ ਨਾਲ ਠੀਕ ਕੀਤਾ ਜਾ ਸਕਦਾ, ਇਹ ਉਹਦੇ ਵਿੱਚ ਉਹਨੂੰ ਪੂਰੀ ਤਰ੍ਹਾਂ ਆਪਾਂ ਫੈਮਲੀਅਰ ਕਰਵਾਉਣਾ ਔਰ ਉਹਦੇ ਵਿੱਚ ਕਿਉਰਿਓਸਿਟੀ ਡਿਵੈਲਪ ਕਰਨਾ, ਰਾਈਟ? ਇੱਕ ਮਸ਼ੀਨ ਨੂੰ ਲੈ ਕੇ ਕਿਉਰਿਓਸਿਟੀ ਹੋਣੀ ਚਾਹੀਦੀ ਉਹਦੇ ਵਿੱਚ, ਔਰ ਸੈਂਸ ਆਫ ਬਿਲੋਂਗਿੰਗ ਉਹਦੇ ਵਿੱਚ ਲੈ ਕੇ ਆਣਾ ਕਿ ਇਹ ਮਸ਼ੀਨ ਮੇਰੀ ਹੈ, ਰਾਈਟ? ਸੋ ਇਹ ਆਬਜੈਕਟਿਵ ਹੋ ਗਿਆ। ਐਸਟੈਬਲਿਸ਼ ਐਂਡ ਮੇਨਟੇਨ ਬੇਸਿਕ ਇਕਵਿਪਮੈਂਟ ਕੰਡੀਸ਼ਨਸ ਥਰੂ ਕਲੀਨਿੰਗ, ਲੁਬਰੀਕੇਸ਼ਨ ਐਂਡ ਟਾਈਟਰਿੰਗ। ਇਹ ਕੀ ਪੁਆਇੰਟ ਕਹਿ ਰਿਹਾ? ਜਿਹੜੇ ਵਰਕਰਸ ਹੈਗੇ ਆ, ਜਿਵੇਂ ਮੈਂ ਕਹਿੰਦਾ ਮੇਨਟੇਨੈਂਸ ਡਿਪਾਰਟਮੈਂਟ ਕੋ ਠੀਕ ਕਰਾਉਣਾ, ਹੁਣ ਜਦੋਂ ਉਹਦੇ ਵਿੱਚ ਇੱਕ ਓਨਰਸ਼ਿਪ ਆ ਗਈ, ਜਿਹੜੀਆਂ ਉਹਦੀਆਂ ਬੇਸਿਕ ਕੰਡੀਸ਼ਨ ਮਸ਼ੀਨ ਦੀਆਂ ਮੇਨਟੇਨ ਕਰਨ ਦੇ ਲਈ ਜੋ ਰਿਕੁਆਇਰਮੈਂਟ ਹੈ, ਜਿਵੇਂ ਕਲੀਨਿੰਗ ਹੋ ਗਈ, ਲੁਬਰੀਕੇਸ਼ਨ ਹੋ ਗਈ, ਟਾਈਟਨਿੰਗ ਹੈਗੀ, ਉਹ ਜਿਹੜਾ ਆਪਰੇਟਰ ਹੈਗਾ ਖੁਦ ਕਰੇ, ਉਹਦੇ ਲਈ ਉਹ ਮੇਨਟੇਨੈਂਸ ਡਿਪਾਰਟਮੈਂਟ ਦੇ ਉੱਪਰ ਡਿਪੈਂਡੈਂਟ ਨਾ ਰਹੇ, ਰਾਈਟ? ਹੁਣ ਮਸ਼ੀਨ ਚਲਾਉਣ ਤੋਂ ਪਹਿਲਾਂ ਉਹਦੀ ਕਲੀਨਿੰਗ ਕੀਤੀ ਜਾਵੇ, ਜਿੱਥੇ ਵੀ ਉਹਦੀ ਲੁਬਰੀਕੇਸ਼ਨ ਕਰਨੀ ਹੈ ਉਹਦੀ ਲੁਬਰੀਕੇਸ਼ਨ ਕੀਤੀ ਜਾਵੇ, ਜੇ ਕੋਈ ਪਾਰਟ ਲੂਜ਼ ਹੈਗਾ ਤੇ ਪਾਰਟ ਨੂੰ ਟਾਈਟ ਕੀਤਾ ਜਾਵੇ, ਰਾਈਟ? ਇਹ ਜੇ ਤਿੰਨ ਚੀਜ਼ਾਂ ਬੇਸਿਕ ਚੀਜ਼ਾਂ ਨੇ ਮਸ਼ੀਨ ਦੇ ਵਿੱਚ, ਜੇ ਇਹ ਆਪਰੇਟਰ ਮੇਨਟੇਨ ਕਰਦਾ ਤੇ ਅੱਧੇ ਨਾਲੋਂ ਜ਼ਿਆਦਾ ਬ੍ਰੇਕਡਾਊਨ ਤਾਂ ਵੈਸੇ ਹੀ ਸੋਲਵ ਹੋ ਜਾਂਦੀਆਂ ਨੇ, ਮਸ਼ੀਨ ਦੇ ਵਿੱਚ ਰੁਕੇਗੀ ਨਹੀਂ, ਕੋਈ ਨੁਕਸ ਹੀ ਨਹੀਂ ਪਏਗਾ ਜੇ ਇਹ ਚੀਜ਼ਾਂ ਕਰ ਲੈਂਦੇ ਆ। ਸੋ ਬੇਸਿਕ ਜਿਹੜੇ ਇਕਵਿਪਮੈਂਟ ਕੰਡੀਸ਼ਨਸ ਨੂੰ ਆਪਰੇਟਰ ਮਸ਼ੀਨ ਦਾ ਖੁਦ ਮੇਨਟੇਨ ਕਰਕੇ ਰੱਖੇਗਾ। ਇਨਕਰੀਜ਼ ਅਵੇਲੇਬਿਲਿਟੀ ਆਫ ਪਲਾਂਟ ਐਂਡ ਮਸ਼ੀਨਰੀ, capacity utilization and to improve overall equipment efficiency।
ਇਹ ਪੁਆਇੰਟ ਹੁਣ ਕੀ ਕਹਿੰਦਾ ਪਿਆ, देखो जिन्ना ऑपरेटर खुद काम करेगा मशीन के उत्ते छोटिया छोटिया मेनटेनेंसिस ਜਿਹੜੀਆਂ ਹੈਗੀਆਂ ਜਾਂ ਉਹਨੂੰ ਮੇਨਟੇਨ ਕਰਨ ਦੇ ਲਈ ਜਿਹੜੇ ਛੋਟੇ ਕੰਮ ਮੈਂ ਪਹਿਲਾਂ ਡਿਸਕਸ ਕੀਤਾ, ਕਲੀਨਿੰਗ, ਲੁਬਰੀਕੇਸ਼ਨ, ਟਾਈਟਨਿੰਗ, ਉਹ ਖੁਦ ਕਰਦਾ। ਉਹਦੇ ਨਾਲ ਕੀ ਹੁੰਦਾ, ਮਸ਼ੀਨ ਜਿਹੜੀ ਮੇਨਟੇਨ ਰਹਿੰਦੀ ਆ ਔਰ ਉਹਦੇ ਵਿੱਚ ਬ੍ਰੇਕਡਾਊਨ ਲੈਵਲ ਘਟ ਜਾਂਦਾ। ਬ੍ਰੇਕਡਾਊਨ ਲੈਵਲ ਜਿਹੜੇ ਘਟ ਜਾਊਗਾ, ਜਿਹੜਾ ਅਸੀਂ 8 ਘੰਟੇ ਦੇ ਵਿੱਚ ਕੰਮ ਕਰਨਾ ਆ ਉਹ 6 ਘੰਟੇ ਦੇ ਵਿੱਚ ਪੂਰਾ ਹੋਏਗਾ। 2 ਘੰਟੇ ਸਾਨੂੰ ਮਸ਼ੀਨ ਜਿਹੜੀ ਆ ਆਈਡਲ ਮਿਲਦੀ ਆ, ਮੀਨਸ ਸਾਨੂੰ ਉਹਦੇ ਲਈ ਹੋਰ ਪ੍ਰੋਡਕਸ਼ਨ ਕਰਨ ਦਾ ਟਾਈਮ ਮਿਲੇਗਾ। ਜੇ ਸਾਡੇ ਕੋਲ ਪ੍ਰੋਡਕਸ਼ਨ ਨਹੀਂ ਹੈ ਤਾਂ ਉਹਦੇ ਤੇ ਆਪਾਂ ਕਿਸੇ ਤਰ੍ਹਾਂ ਦੇ ਡਿਵੈਲਪਮੈਂਟ ਕੰਮ ਕਰ ਸਕਦੇ ਹਾਂ ਉਸ ਮਸ਼ੀਨ ਦੇ ਉੱਤੇ, ਜਾਂ ਉਹਦੀ ਕੋਈ ਹੋਰ ਤਰ੍ਹਾਂ ਦੀ ਮੇਨਟੇਨੈਂਸ ਕਰ ਸਕਦੇ ਹਾਂ ਤਾਂ ਜੋ ਅੱਗੇ ਤੋਂ ਫਰਦਰ ਜਿਹੜੀਆਂ ਵੀ ਬ੍ਰੇਕਡਾਊਨ ਉਹ ਮਸ਼ੀਨ ਤੇ ਆਉਂਦੀਆਂ ਪਈਆਂ ਉਹ ਨਾ ਆਉਣ। ਸੋ ਜੇ TPM ਮੇਨਟੇਨ ਕਰਦੇ ਆ ਤਾਂ ਕੈਪੈਸਿਟੀ ਯੂਟਿਲਾਈਜੇਸ਼ਨ ਹੋਏਗੀ, ਇਕਵਿਪਮੈਂਟ ਦੀ ਐਫੀਸ਼ੀਐਂਸੀ ਇਨਕਰੀਜ਼ ਹੋਏਗੀ। ਬਾਰ-ਬਾਰ ਉਹੀ ਪੁਆਇੰਟ ਕਰ ਰਿਹਾ ਮੈਂ। ਸੋ ਹੁਣ ਅਸੀਂ ਕਰਨਾ ਕਿ TPM ਦਾ ਗੋਲ ਕੀ ਹੈਗਾ। ਮੈਕਸੀਮਾਈਜ਼ ਇਕਵਿਪਮੈਂਟ ਇਫੈਕਟਿਵਨੈਸ, ਇੰਪਰੂਵ ਓਵਰਆਲ ਐਫੀਸ਼ੀਐਂਸੀ। ਓਬਵੀਅਸ ਜੇ ਆਪਾਂ TPM ਦੇ ਵਿੱਚ ਵਰਕਰ ਨੂੰ, ਆਪਰੇਟਰ ਨੂੰ ਇਨਵੋਲਵ ਕਰਤਾ ਤੇ ਇਕਵਿਪਮੈਂਟ ਦੀ ਇਫੈਕਟਿਵਨੈਸ ਵੱਧ ਜਾਏਗੀ। ਹੁਣ ਇੱਕ ਤਰੀਕਾ ਹੋਰ ਵੀ ਹੈ ਇਫੈਕਟਿਵਨੈਸ ਵਧਾਉਣ ਦਾ, ਜਿਹੜੇ ਵੀ ਮਸ਼ੀਨ ਦੇ ਵਿੱਚ ਲੌਸਿਸ ਹੋ ਰਿਹਾ ਜਿਹਦੇ ਕਰਕੇ ਮਸ਼ੀਨ ਸਾਡੀ ਰੁਕਦੀ ਪਈ ਆ, ਉਹ ਲੌਸਿਸ ਨੂੰ ਆਪਾਂ ਰਿਡਿਊਸ ਕਰਨਾ, ਉਹਦੇ ਨਾਲ ਮਸ਼ੀਨ ਦੀ ਇਫੈਕਟਿਵਨੈਸ ਨੂੰ ਇਨਕਰੀਜ਼ ਕਰਨਾ। ਇਹ TPM ਦਾ ਗੋਲ ਹੈ। ਦੇਖੋ ਲਿਖਿਆ ਹੋਇਆ ਮੈਂ, equipment effectiveness is increased by the reduction of following 6 big losses। ਜਿਹੜੇ 6 big losses ਹੈਗੇ ਆ ਉਹਨਾਂ ਨੂੰ ਘਟਾ ਕੇ ਮਸ਼ੀਨ ਦੀ ਜਿਹੜੀ ਇਫੈਕਟਿਵਨੈਸ ਨੂੰ ਇਨਕਰੀਜ਼ ਕਰਨਾ ਜਿਹੜਾ ਹੈਗਾ ਆ, that is the goal of the TPM। ਹੁਣ ਇਹ ਆਪਾਂ ਦੇਖੀਏ ਕਿ ਕਿਸੇ ਮਸ਼ੀਨ ਦੇ ਉੱਤੇ, ਕਿਸੇ ਪ੍ਰੋਸੈਸ ਦੇ ਵਿੱਚ ਕਿਸ ਤਰ੍ਹਾਂ ਦੇ ਬਿਗ ਲੌਸਿਸ ਹੁੰਦੇ ਆ। ਪੇਪਰ ਦੇ ਵਿੱਚ ਕਿਸੇ ਵੇਲੇ ਆ ਜਾਂਦਾ which of the following is the lost time of the machine, right? ਸੋ ਸਭ ਤੋਂ ਪਹਿਲਾਂ ਡਾਊਨ ਟਾਈਮ ਲੌਸਿਸ, ਸਪੀਡ ਲੌਸਿਸ, ਡਿਫੈਕਟ ਲੌਸਿਸ। ਇਹਦੇ ਅੱਗੋਂ ਸਬ ਪਾਰਟਸ ਕੀਤੇ 6 ਲੌਸਿਸ ਟੋਟਲ ਬਣ ਜਾਂਦੇ ਨੇ। ਡਾਊਨ ਟਾਈਮ ਲੌਸਿਸ ਦੇ ਵਿੱਚ 2 ਲੌਸਿਸ ਨੇ, ਬ੍ਰੇਕਡਾਊਨ, ਸੈਟਅਪ ਐਂਡ ਐਡਜਸਟਮੈਂਟਸ। ਚੱਲਦੀ ਹੋਈ ਮਸ਼ੀਨ ਕਿਸੇ ਵੀ ਕਾਰਨ ਰੁਕ ਜਾਣੀ, ਚਾਹੇ ਉਹਦਾ ਕੋਈ ਪਾਰਟ ਖਰਾਬ ਹੋ ਗਿਆ, ਚਾਹੇ ਕੋਈ ਗਾਰਡ ਲੂਜ਼ ਹੋ ਗਿਆ, ਜਾਂ ਕੋਈ ABCD ਕੋਈ ਹੋਰ ਪ੍ਰੋਬਲਮ ਹੈਗੀ, ਉਹਨੂੰ ਬ੍ਰੇਕਡਾਊਨ ਕਿਹਾ ਜਾਂਦਾ ਔਰ ਇਮੀਡੀਏਟਲੀ ਇਸ ਮਸ਼ੀਨ ਨੂੰ ਫਿਰ ਠੀਕ ਕੀਤਾ ਜਾਂਦਾ। ਇਹ ਡਾਊਨ ਟਾਈਮ ਹੈ, ਇਹਦੇ ਨਾਲ ਪ੍ਰੋਡਕਸ਼ਨ ਲਾਸ ਹੋਏਗੀ ਸਾਡੀ। ਸੈਟਅਪ ਐਂਡ ਐਡਜਸਟਮੈਂਟ, ਜਦੋਂ ਵੀ ਆਪਰੇਟਰ ਕੋਈ ਮਸ਼ੀਨ ਚਲਾਉਂਦਾ ਆ ਉਹਦੇ ਤੇ ਵੇਰੀਅਸ ਸੈਟਿੰਗਸ ਹੁੰਦੀਆਂ, ਕੋਈ ਜਿਗ ਐਂਡ ਫਿਕਸਰ ਸੈੱਟ ਕਰਨੇ ਆ ਉਹਦੇ ਤੇ, ਜਾਂ ਕੋਈ ਲੈਂਥ ਸੈੱਟ ਕਰਨ ਨੂੰ ਸੈਂਸਰ ਸੈੱਟ ਕਰਨਾ ਆ, ਕਿੰਨੇ ਤਰ੍ਹਾਂ ਦੀਆਂ ਉਹਦੇ ਤੇ ਸੈਟਿੰਗਸ ਹੁੰਦੀਆਂ ਨੇ। ਇਹਦੇ ਵਿੱਚ ਵੀ ਜਿਹੜਾ ਹੈਗਾ ਉਹ ਲਾਸ ਹੁੰਦਾ ਆ, ਕਾਫੀ ਟਾਈਮ ਵੇਸਟ ਹੁੰਦਾ। ਜੇ ਮੇਰਾ ਆਪਰੇਟਰ ਟ੍ਰੇਨਡ ਨਹੀਂ ਹੈਗਾ, ਵਰਕਰ ਮੇਰਾ ਟ੍ਰੇਨ ਨਹੀਂ ਹੈਗਾ, ਤੇ ਮੈਨੂੰ ਉਹਦੇ ਵਿੱਚ ਕਾਫੀ ਤਰ੍ਹਾਂ ਦੀਆਂ ਪ੍ਰੋਬਲਮ ਦਾ ਸਾਹਮਣਾ ਕਰਨਾ ਪਏਗਾ। ਮੈਨੂੰ ਮਸ਼ੀਨ ਨੂੰ ਰੋਕਣਾ ਪਏਗਾ, ਫਿਰ ਬਾਰ-ਬਾਰ ਸੈੱਟ ਕਰਨਾ ਪਏਗਾ। ਸੋ ਇਹ ਡਾਊਨ ਟਾਈਮ ਲੌਸਿਸ ਦੇ ਵਿੱਚ ਆ ਗਿਆ। ਉਸ ਤੋਂ ਬਾਅਦ ਆ ਗਿਆ ਸਪੀਡ ਲੌਸਿਸ, ਆਈਡਲਿੰਗ ਐਂਡ ਮਾਈਨਰ ਸਟਾਪੇजेस। ਇਹ ਬ੍ਰੇਕਡਾਊਨ ਦੇ ਨਾਲ ਹੀ ਰਿਲੇਟਡ ਹੈ। ਆਈਡਲਿੰਗ ਦਾ ਕੀ ਮਤਲਬ ਹੈਗਾ, ਹੁਣ ਮਸ਼ੀਨ ਔਨ ਹੈਗੀ, ਆਪਰੇਟਰ ਨੇ ਕਰ ਦਿੱਤੀ ਪਰ ਉਹ ਕੰਮ ਨਹੀਂ ਕਰ ਰਿਹਾ, ਕੋਲ ਵੈਸੇ ਹੀ ਖੜਾ ਹੋਇਆ, ਜੇ ਕਿਸੇ ਸੁਪਰਵਾਈਜ਼ਰ ਨਾਲ, ਇੰਜੀਨੀਅਰ ਨਾਲ ਜਾਂ ਕਿਸੇ ਹੋਰ ਆਪਰੇਟਰ ਨਾਲ ਉਹ ਗੱਲਾਂ ਕਰੀ ਜਾ ਰਿਹਾ, ਜਾਂ ਮਸ਼ੀਨ ਨੂੰ ਚੱਲਦੀ ਹੋਈ ਛੱਡ ਕੇ ਉਹ ਵਾਸ਼ਰੂਮ ਚਲੇ ਗਿਆ ਜਾਂ ਕੁਝ ਖਾਣ ਚਲੇ ਗਿਆ। ਇਹਦੇ ਨਾਲ ਕੀ ਆ, ਇਹ ਲਾਸ ਆ ਬਹੁਤ ਵੱਡਾ। ਮਸ਼ੀਨ ਸਾਡੀ ਚੱਲਦੀ ਪਈ, ਉਹਦੇ ਤੇ ਇਲੈਕਟ੍ਰਿਸਿਟੀ ਚਾਰजेस ਹੋ ਰਿਹਾ, ਪ੍ਰੋਡਕਸ਼ਨ ਲਾਸ ਹੋ ਰਿਹਾ ਆ, ਹੋਰ ਕਿੰਨੇ ਤਰ੍ਹਾਂ ਦੀਆਂ ਲੌਸਿਸ ਉਹਦੇ ਵਿੱਚ ਐਡ ਆਨ ਹੋ ਜਾਂਦੀਆਂ। ਸੋ ਆਈਡਲਿੰਗ ਟਾਈਮ ਉਹਨੂੰ ਕਹਿੰਦੇ ਆ। ਮਾਈਨਰ ਸਟਾਪੇजेस, ਵੈਸੇ ਹੀ ਥੋੜੇ ਜਿਹੇ ਉਹਦੀਆਂ ਸੈਟਿੰਗ ਠੀਕ ਨਹੀਂ ਹੋਈਆਂ, ਦੁਬਾਰਾ ਆਪਰੇਟਰ ਨੂੰ ਸੈਟਿੰਗ ਕਰਨੀਆਂ ਪੈ ਗਈਆਂ, ਉਹ ਛੋਟੇ ਛੋਟੇ ਸਟਾਪੇजेस ਹੋ ਗਏ। ਰਿਡਿਊਸਡ ਸਪੀਡ ਲਾਸ ਕੀ ਹੈਗਾ ਆ, ਹੁਣ ਸੇ ਇੱਕ ਮਸ਼ੀਨ 1 ਘੰਟੇ ਦੇ ਵਿੱਚ 100 ਪੀਸ ਤਿਆਰ ਕਰਦੀ ਪਈ ਆ ਫੁੱਲ ਸਵਿੰਗ ਤੇ। ਹੁਣ ਆਪਰੇਟਰ ਨੇ ਕੀ ਕੀਤਾ, ਇਹਦਾ ਇੱਕ ਸਾਈਕਲ ਟਾਈਮ ਹੁੰਦਾ ਹਰ ਇੱਕ ਮਸ਼ੀਨ ਦਾ, ਉਹ ਸਾਈਕਲ ਟਾਈਮ ਨੂੰ ਰਿਡਿਊਸ ਕਰਤਾ ਕਿਉਂਕਿ ਉਹ ਬਹੁਤ ਤੇਜ਼ੀ ਨਾਲ ਆਪਰੇਟਰ ਕੰਮ ਨਹੀਂ ਕਰਨਾ ਚਾਹੁੰਦਾ, ਜਾਂ ਉਹਦੇ ਕੋਲ ਇੰਨੀ ਸਕਿੱਲ ਨਹੀਂ ਹੈਗੀ। ਉਹਨੂੰ ਜਿਹੜਾ ਹੈਗਾ ਆ ਰਿਡਿਊਸ ਟਾਈਮ ਤੇ, ਥੋੜਾ ਸਾਈਕਲ ਟਾਈਮ ਨੂੰ ਰਿਡਿਊਸ ਕਰਕੇ ਉਹਨੇ ਮਸ਼ੀਨ ਨੂੰ ਚਲਾਇਆ। ਉਹਦੇ ਨਾਲ ਕੀ ਹੋਇਆ, 1 ਘੰਟੇ ਦੇ ਵਿੱਚ ਹੋ ਸਕਦਾ 100 ਦੀ ਬਜਾਏ 90 ਪੀਸ ਬਣਨ ਜਾਂ 85 ਪੀਸਿਸ ਤਿਆਰ ਹੋਣ। ਇਹ ਰਿਡਿਊਸ ਸਪੀਡ ਆ। ਅਨਲੈਸ ਔਰ ਅੰਟਿਲ ਆਪਾਂ ਮਸ਼ੀਨ ਨੂੰ ਫੁੱਲ ਸਵਿੰਗ ਤੇ ਨਹੀਂ ਚਲਾਉਂਦੇ ਪਏ, ਫੁੱਲ ਐਫੀਸ਼ੀਐਂਸੀ ਤੇ ਨਹੀਂ ਚਲਾਉਂਦੇ ਪਏ, ਇਹ ਲਾਸ ਜਿਹੜਾ ਹੈ ਕਦੀ ਵੀ ਕਵਰ ਨਹੀਂ ਕੀਤਾ ਜਾ ਸਕਦਾ। ਉਸ ਤੋਂ ਬਾਅਦ ਆ ਗਿਆ ਡਿਫੈਕਟ ਲੌਸਿਸ, ਡਿਫੈਕਟ ਇਨ ਦੀ ਪ੍ਰੋਸੈਸ ਐਂਡ ਰੀਵਰਕ।
ਹੁਣ ਕਿਸੇ ਪ੍ਰੋਸੈਸ ਦੇ ਵਿੱਚ ਜਿਹੜੇ ਤਰੀਕੇ ਦੇ ਨਾਲ ਆਪਾਂ ਕੰਮ ਕਰਦੇ ਪਏ ਉਹਦੇ ਵਿੱਚ ਹੀ ਕੋਈ ਡਿਫੈਕਟ ਹੈ, ਸਾਡੀ ਪ੍ਰੋਸੈਸ ਹੀ ਖਰਾਬ ਆ ਕੰਮ ਕਰਨ ਦੀ, ਸਾਨੂੰ ਉਹ ਬਾਰ-ਬਾਰ ਠੀਕ ਕਰਨੀ ਪੈ ਰਹੀ ਹੈ। ਜਾਂ ਰੀਵਰਕ, ਕੋਈ ਕੰਪੋਨੈਂਟ ਮੈਂ ਤਿਆਰ ਕੀਤਾ ਉਹਦੇ ਵਿੱਚ ਕੋਈ ਸਪੈਸੀਫਿਕੇਸ਼ਨ ਦੀ ਗੜਬੜ ਹੋ ਗਈ, ਮੈਨੂੰ ਉਹਦੇ ਤੇ ਰੀਵਰਕ ਕਰਨਾ ਪੈ ਗਿਆ। ਆਬਵੀਅਸ ਹੈਗਾ ਜਦੋਂ ਮੈਂ ਰੀਵਰਕ ਕਰਾਂਗਾ ਤੇ ਉਹੀ ਮਸ਼ੀਨ ਨੂੰ ਦੁਬਾਰਾ ਯੂਜ਼ ਕਰਾਂਗਾ, ਜਾਂ ਮੈਂ ਉਹੀ ਆਪਰੇਟਰ ਨੂੰ ਕਿਤੇ ਹੋਰ ਜਾ ਕੇ ਕਹਾਂਗਾ ਕਿ ਇਹਨਾਂ ਕੰਪੋਨੈਂਟਸ ਨੂੰ ਠੀਕ ਕਰੋ ਔਰ ਉਨੀ ਦੇਰ ਦੇ ਲਈ ਮੇਰੀ ਮਸ਼ੀਨ ਜਿਹੜੀ ਆ ਬੰਦ ਰਹੇਗੀ। reduced yield between machine startup and stable production, ਇਹ ਬੜੇ ਧਿਆਨ ਨਾਲ ਪੁਆਇੰਟ ਸੁਣਨਾ ਲਾਸਟ ਵਾਲਾ ਮੇਰਾ। ਇੱਕ yield time ਹੁੰਦਾ, ਜਦੋਂ ਵੀ ਆਪਰੇਟਰ ਨੇ ਆ ਕੇ ਮਸ਼ੀਨ ਦੇ ਉੱਤੇ ਕੰਮ ਸਟਾਰਟ ਕਰਨਾ, ਉਹਨੂੰ ਮਸ਼ੀਨ ਦੀਆਂ ਵੇਰੀਅਸ ਸੈਟਿੰਗਸ ਕਰਨੀਆਂ ਪੈਂਦੀਆਂ ਨੇ। ਹੁਣ ਜਦੋਂ ਸੈਟਿੰਗ ਕਰਦਾ ਆ, ਸੈਟਿੰਗ ਕਰਨ ਤੋਂ ਬਾਅਦ ਉਹ ਕੰਪੋਨੈਂਟ ਨੂੰ ਬਣਾਉਂਦਾ, ਫਸਟ ਕੰਪੋਨੈਂਟ ਉਹਨੇ ਬਣਾਇਆ, ਉਹਦੀਆਂ ਸਪੈਸੀਫਿਕੇਸ਼ਨਸ ਉਹ ਚੈੱਕ ਕਰੇਗਾ, ਸਪੈਸੀਫਿਕੇਸ਼ਨ ਚੈੱਕ ਕੀਤੀਆਂ ਸੀ ਉਹਦੇ ਚ ਕੋਈ ਨੁਕਸ ਹੈਗਾ ਉਹ ਦੁਬਾਰਾ ਸੈਟਿੰਗ ਕਰੇਗਾ ਮਸ਼ੀਨ ਦੀ, ਫਿਰ ਪ੍ਰੋਡਕਸ਼ਨ ਥੋੜੀ ਜਿਹੀ ਪ੍ਰੋਡਕਸ਼ਨ ਕੱਢ ਕੇ ਦੇਖੇਗਾ, ਫਿਰ ਪੀਸ ਨੂੰ ਚੈੱਕ ਕਰੇਗਾ। ਇਦਾਂ ਉਹ ਕਾਫੀ ਦੇਰ ਲਈ ਅਨਲੈਸ ਔਰ ਅੰਟਿਲ ਉਹਦਾ ਜਿਹੜਾ ਕੰਪੋਨੈਂਟ ਹੈਗਾ ਠੀਕ ਤਿਆਰ ਬਣਨਾ ਨਹੀਂ ਹੋ ਜਾਂਦਾ, ਉਨੀ ਦੇਰ ਉਹ ਮਸ਼ੀਨ ਨੂੰ ਫੁੱਲ ਸਵਿੰਗ ਤੇ ਨਹੀਂ ਚਲਾਉਂਦਾ। ਸੋ ਜਦੋਂ ਉਹਦਾ ਕੰਪੋਨੈਂਟ ਐਜ਼ ਪਰ ਸਪੈਸੀਫਿਕੇਸ਼ਨ ਤਿਆਰ ਹੋਣਾ ਸ਼ੁਰੂ ਹੋ ਗਿਆ, ਹੋ ਸਕਦਾ ਉਹਨੂੰ 15 ਮਿੰਟ ਲੱਗਣ, ਹੋ ਸਕਦਾ ਉਹਨੂੰ 20 ਮਿੰਟ ਲੱਗਣ ਜਾਂ 25 ਮਿੰਟ ਲੱਗਣ, ਉਹ ਜਿਹੜਾ ਵਿੱਚ ਟਾਈਮ ਹੈਗਾ ਆ ਸਟਾਰਟਅਪ ਟਾਈਮ ਔਰ ਇੱਕ ਸਟੇਬਲ ਪ੍ਰੋਡਕਸ਼ਨ ਦੇ ਵਿੱਚ, ਉਹ ਟਾਈਮ ਨੂੰ ਯੀਲਡ ਟਾਈਮ ਕਿਹਾ ਜਾਂਦਾ, ਉਹ ਵੀ ਇੱਕ ਬਹੁਤ ਵੱਡਾ ਲਾਸ ਹੈਗਾ ਹੈ। ਸੋ ਆਪਰੇਟਰਸ ਨੂੰ ਜੇ ਆਪਾਂ ਟ੍ਰੇਨਡ ਕੀਤਾ ਹੋਇਆ, ਮਸ਼ੀਨ ਨੂੰ ਆਪਾਂ ਰੁਕਣ ਨਹੀਂ ਦਿੰਦੇ ਪਏ, ਉਹਦੇ ਵਿੱਚ ਕੀ ਆ, ਇਹ ਟਾਈਮ ਘਟ ਜਾਏਗਾ ਜਿਹਦੇ ਨਾਲ ਪ੍ਰੋਡਕਸ਼ਨ ਜਿਹੜੀ ਆ ਉਹ ਇਨਹਾਂਸ ਹੋਏਗੀ, ਇਨਕਰੀਜ਼ ਹੋਏਗੀ। ਹੁਣ ਆਬਵੀਅਸ ਹੈਗਾ ਜੇ ਆਪਰੇਟਰ ਨੇ ਇਸੇ ਤਰ੍ਹਾਂ ਹੀ ਮਸ਼ੀਨ ਨੂੰ ਵਿਦਆਊਟ ਟਾਈਟਨਿੰਗ ਚਲਾਤਾ, ਵਿਦਆਊਟ ਲੂਬਰੀਕੇਸ਼ਨ ਚਲਾਤਾ, ਵਿਦਆਊਟ ਕਲੀਨਿੰਗ ਚਲਾਤਾ, ਹੋ ਸਕਦਾ ਉਹ ਮਸ਼ੀਨ ਨੂੰ ਚਲਾਵੇ, ਥੋੜੀ ਦੇਰ ਬਾਅਦ ਕੋਈ ਨਾ ਕੋਈ ਪਾਰਟ ਲੂਜ਼ ਹੋਣ ਕਰਕੇ ਉਹਦੀ ਫਿਰ ਕੁਆਲਿਟੀ ਡਾਊਨ ਹੋ ਜਾਵੇ, ਉਹਨੂੰ ਫਿਰ ਕੰਮ ਕਰਨਾ ਪੈ ਜਾਵੇ, ਰਾਈਟ। ਸੋ ਇਹ ਤੁਸੀਂ ਹੁਣ ਨੋਟ ਕਰਨਾ ਆ ਸਾਰੀਆਂ ਗੱਲਾਂ ਕਿ ਲਾਸਿਸ ਹੈਗੇ ਕਿਹੜੇ ਕਿਹੜੇ। ਸੋ ਤੁਹਾਡੇ ਕੋਲੋਂ ਇਹ ਪੁੱਛਿਆ ਜਾ ਸਕਦਾ ਆ, breakdown losses fall in which category of loss? downtime loss ਚ ਹੁੰਦਾ, speed loss ਚ ਹੋਏਗਾ ਜਾਂ defect loss ਚ fall ਕਰਦਾ। similarly idling and minor stoppages ਕਾਦੇ ਚ fall ਕਰਦੀਆਂ ਨੇ, similarly defect in the process and rework ਕਾਦੇ ਚ fall ਕਰਦਾ। ਸੋ ਸਾਰੇ ਸਾਨੂੰ big losses ਪਤਾ ਹੋਣਾ ਚਾਹੀਦਾ, ਜਾਂ ਕਈ ਵਾਰੀ ਨਾਮ ਆ ਜਾਂਦਾ which of the following is the big loss in the machine while doing production, ਕਿਹੜੇ ਕਿਹੜੇ ਲਾਸਿਸ ਉਹਦੇ ਚ ਹੋ ਸਕਦੇ ਆ। ਸੋ ਇਹਨਾਂ ਵਿੱਚੋਂ ਕੋਈ ਵੀ ਲਾਸ ਆ ਸਕਦਾ ਤੁਹਾਨੂੰ ਪੇਪਰ ਦੇ ਵਿੱਚ, ਇਹ ਆ ਸਕਦਾ। ਸੋ ਇਹ ਸਾਰੇ TPM ਦੇ ਗੋਲ ਸੀ। ਹੁਣ ਅਸੀਂ ਦੇਖਣਾ ਟਾਈਪ ਆਫ TPMs। TPM ਦੇ ਵਿੱਚ ਕਿੰਨੇ ਤਰ੍ਹਾਂ ਦੀ ਅਸੀਂ ਮੇਨਟੇਨੈਂਸਿਸ ਕਰਦੇ ਹਾਂ। ਸਾਰਿਆਂ ਜਿੰਨੇ ਵੀ ਮੇਰੇ ਪਾਰਟਿਸਿਪੈਂਟਸ ਬੈਠੇ ਆ, ਜਿੰਨੇ ਮੇਰੇ ਸਟੂਡੈਂਟਸ ਬੈਠੇ ਹੋਏ ਆ, ਉਹਨਾਂ ਨੇ ਜਾ ਕੇ ਜਿਹੜੇ ਕੰਮ ਕਰਨਾ ਹੈ, ਉਹਨਾਂ ਨੂੰ ਹੋ ਸਕਦਾ ਮੇਨਟੇਨੈਂਸ ਡਿਪਾਰਟਮੈਂਟ ਦੇ ਵਿੱਚ ਹੀ ਕੰਮ ਕਰਨਾ ਪੈ ਜਾਏ। ਜਿਵੇਂ ਗਰਲਸ ਮੇਰੀਆਂ ਸਵਿੰਗ ਟੈਕਨੋਲੋਜੀ ਦੀਆਂ ਬੈਠੀਆਂ ਹੋਈਆਂ, ਐਮਬਰਾਇਡਰੀ ਦੀਆਂ ਬੈਠੀਆਂ, ਜ਼ਰੂਰੀ ਨਹੀਂ ਹੋਏਗਾ ਉਹਨਾਂ ਨੇ ਜਾ ਕੇ ਸਵਿੰਗ ਦਾ ਹੀ ਕੰਮ ਕਰਨਾ ਹੈ, ਜਾਂ ਉਹਨਾਂ ਨੇ ਜਾ ਕੇ ਐਮਬਰਾਇਡਰੀ ਦਾ ਹੀ ਕੰਮ ਕਰਨਾ। ਹੋ ਸਕਦਾ ਉਹਨਾਂ ਨੂੰ ਉਹਨਾਂ ਮਸ਼ੀਨਾਂ ਦੀ ਮੇਨਟੇਨੈਂਸ ਕਰਨ ਦਾ ਕੰਮ ਮਿਲ ਜਾਵੇ, ਰਾਈਟ। ਹੁਣ ਕਿੰਨੇ ਤਰ੍ਹਾਂ ਦੀਆਂ ਮੇਨਟੇਨੈਂਸਿਸ ਜਿਹੜੀਆਂ ਹੈਗੀਆਂ ਆ ਉਹ ਹੈਗੀਆਂ, ਇਹ ਆਪਾਂ ਡਿਸਕਸ ਕਰਨਾ, ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਸਭ ਤੋਂ ਪਹਿਲਾਂ corrective or breakdown maintenances। ਹੁਣ ਜਿਹੜੀ corrective and breakdown maintenances ਹੈਗੀਆਂ, ਇਹ ਦੋ ਗੱਲਾਂ ਇਹਦੇ ਵਿੱਚ ਕਰਦੇ ਪਏ ਆ। repair are made after the failure of the machine, number 1, number 2 wait until a failure occurs and then remedy as quickly as possible। ਇਹ ਕੋਈ scheduled ਕੋਈ planned maintenance ਨਹੀਂ ਹੈਗੀ, ਚੱਲਦੀ ਹੋਈ ਮਸ਼ੀਨ ਖਰਾਬ ਹੋ ਗਈ ਕਿਉਂਕਿ ਆਪਰੇਟਰ ਨੇ ਉਹਦੇ ਤੇ ਜਿਹੜੇ ਬੇਸਿਕ ਕੰਮ ਸੀ ਉਹ ਨਹੀਂ ਕੀਤੇ, ਮਸ਼ੀਨ ਹੁਣ ਬੰਦ ਹੋ ਗਈ। ਜਦੋਂ ਹੁਣ ਮਸ਼ੀਨ ਬੰਦ ਹੋ ਗਈ, ਕੋਈ ਪਲਾਂਟ ਤਾਂ ਸੀਗਾ ਨਹੀਂ, ਉਦੋਂ ਮੇਨਟੇਨੈਂਸ ਡਿਪਾਰਟਮੈਂਟ ਜਾਂ ਫਟਾਫਟ ਆਏਗਾ, ਜਾਂ ਆਪਾਂ ਮੇਨਟੇਨੈਂਸ ਡਿਪਾਰਟਮੈਂਟ ਨੂੰ ਬੁਲਾ ਕੇ ਲੈ ਕੇ ਆਵਾਂਗੇ, ਜਾਂ ਆਪਰੇਟਰ ਉਹਨੂੰ ਠੀਕ ਕਰੇਗਾ, ਰਾਈਟ। ਇਹ ਇੱਕ ਤਰ੍ਹਾਂ ਦੀ ਫਾਇਰ ਫਾਈਟਿੰਗ ਆ। ਜਦੋਂ ਬ੍ਰੇਕਡਾਊਨ ਆਈ ਉਦੋਂ ਆਪਾਂ ਠੀਕ ਕੀਤਾ, ਜਾਂ ਵੇਟ ਕੀਤੀ ਵੀ ਬ੍ਰੇਕਡਾਊਨ ਆਊਗੀ ਫਿਰ ਆਪਾਂ ਠੀਕ ਕਰਾਂਗੇ। ਸੋ ਇਹਦੇ ਨਾਲ ਜਿਹੜੀਆਂ ਇਕਵਿਪਮੈਂਟ ਦੀਆਂ ਕੰਡੀਸ਼ਨ ਜਿਹੜੀਆਂ ਵਰਸਟ ਹੁੰਦੀਆਂ ਨੇ। ਸੋ ਸ਼ਡਿਊਲਡ ਔਰ ਰੂਟੀਨ ਮੇਨਟੇਨੈਂਸ। ਸ਼ਡਿਊਲਡ ਔਰ ਰੂਟੀਨ ਮੇਨਟੇਨੈਂਸ ਕੀ ਹੈ, ਆਪਾਂ ਦੇਖਦੇ ਪਏ ਜਿਹੜੀਆਂ ਸਾਡੀਆਂ ਆ ਬ੍ਰੇਕਡਾਊਨ ਮੇਨਟੇਨੈਂਸਿਸ ਆਉਂਦੀਆਂ ਪਈਆਂ ਨੇ, ਉਹਨਾਂ ਨੂੰ ਆਪਾਂ ਸਟੱਡੀ ਕਰ ਲੈਂਦੇ ਹਾਂ ਵੀ ਵੀਕਲੀ ਕਿਹੜੀਆਂ ਕਿਹੜੀਆਂ ਰਿਪੀਟਡ ਬ੍ਰੇਕਡਾਊਨ ਆ ਰਹੀਆਂ, ਜਿਹੜੀ ਕਿਹੜੀਆਂ ਕਿਹੜੀਆਂ ਰੀਅਕਰ ਹੋ ਰਹੀਆਂ, ਉਹਨਾਂ ਨੂੰ ਠੀਕ ਕਰਨ ਦੇ ਲਈ ਤਾਂ ਜੋ ਉਹ ਬ੍ਰੇਕਡਾਊਨਸ ਬਾਰ-ਬਾਰ ਨਾ ਆਣ, ਇਸ ਕਰਕੇ ਆਪਾਂ ਇੱਕ ਰੂਟੀਨ ਮੇਨਟੇਨੈਂਸ ਕਰਦੇ ਹਾਂ, ਸ਼ਡਿਊਲਡ ਮੇਨਟੇਨੈਂਸ। ਇਹ ਇੱਕ ਪਲੈਨਡ ਮੇਨਟੇਨੈਂਸ ਆ। ਕਿਉਂ ਕੀਤੀ ਜਾਂਦੀ ਹੈ? ਇਟ ਇਜ਼ ਅ ਸਟਿਚਿੰਗ ਟਾਈਮ
procedure to avoid breakdowns ਨੂੰ avoid ਕਰਨ ਦੇ ਲਈ ਹੈਗਾ, to keep the equipment in efficient condition। obviously ਜੇ ਚੱਲਦਾ ਹੋਇਆ ਸਾਡਾ equipment ਖਰਾਬ ਨਹੀਂ ਹੋਏਗਾ ਤੇ ਉਹਦੀਆਂ ਜਿਹੜੀਆਂ ਕੰਡੀਸ਼ਨਸ ਹੈਗੀਆਂ, ਉਹਦੀ ਜਿਹੜੀ ਐਫੀਸ਼ੀਐਂਸੀ ਹੈਗੀ ਆ ਉਹ ਇਨਕਰੀਜ਼ ਹੋਏਗੀ। ਹੁਣ ਇਸ ਸ਼ਡਿਊਲਡ ਔਰ ਰੂਟੀਨ ਮੇਨਟੇਨੈਂਸ ਦੇ ਵਿੱਚ ਕਿਹੜੀਆਂ ਮੇਨਟੇਨੈਂਸਿਸ ਫਾਲ ਕਰਦੀਆਂ ਪਈਆਂ? ਸਭ ਤੋਂ ਪਹਿਲਾਂ ਪੀਰੀਓਡਿਕ ਇਨਸਪੈਕਸ਼ਨ, ਮਸ਼ੀਨ ਦੀ ਇਨਸਪੈਕਸ਼ਨ ਕੀਤੀ ਜਾਵੇ, ਉਹਦੀ ਕਲੀਨਿੰਗ, ਲੁਬਰੀਕੇਸ਼ਨ, ਓਵਰਹਾਲ, ਰਿਪੇਅਰ ਐਂਡ ਮੇਨਟੇਨੈਂਸ। ਪੇਪਰ ਦੇ ਵਿੱਚ ਕੁਐਸਚਨ ਕਈ ਵਾਰੀ ਆ ਜਾਂਦਾ, ਵਿਚ ਟਾਈਪ ਆਫ ਮੇਨਟੇਨੈਂਸ ਫਾਲ ਅੰਡਰ ਸ਼ਡਿਊਲਡ ਔਰ ਰੂਟੀਨ ਮੇਨਟੇਨੈਂਸ। ਸੋ ਆਹ ਵਾਲਾ ਤੀਜਾ ਪੁਆਇੰਟ ਆ ਮੇਰਾ, ਕਲੀਨਿੰਗ, ਲੁਬਰੀਕੇਸ਼ਨ, ਓਵਰਹਾਲਿੰਗ ਇਹਦੇ ਵਿੱਚ ਫਾਲ ਕਰੇਗਾ, ਰਾਈਟ। ਸੋ ਇਹ ਹੋ ਗਿਆ ਸ਼ਡਿਊਲਡ ਔਰ ਰੂਟੀਨ ਮੇਨਟੇਨੈਂਸ। ਇਹ ਪਲਾਨਡ ਆ, ਇਹ ਅਸੀਂ ਬ੍ਰੇਕਡਾਊਨ ਨੂੰ ਖਤਮ ਕਰਨ ਦੇ ਲਈ ਵੀ ਜਿਹੜੀਆਂ ਬਾਰ-ਬਾਰ ਰੀਅਕਰ ਹੁੰਦੀਆਂ ਪਈਆਂ ਮੇਨਟੇਨੈਂਸਿਸ ਉਹ ਬਾਰ-ਬਾਰ ਨਾ ਹੋਣ, ਉਹਨਾਂ ਤੇ ਆਪਾਂ ਉਹ ਮੋਡੀਫਾਈ ਕਰ ਦਈਏ ਜਾਂ ਉਹ ਚੀਜ਼ਾਂ ਨੂੰ ਆਪਾਂ ਵੀਕਲੀ ਜਾਂ ਮੰਥਲੀ ਠੀਕ ਕਰ ਦਈਏ। ਇਸ ਤੋਂ ਬਾਅਦ ਆ ਜਾਂਦੀ ਪ੍ਰੀਵੈਂਟਿਵ ਮੇਨਟੇਨੈਂਸ। ਹੁਣ ਪ੍ਰੀਵੈਂਟਿਵ ਮੇਨਟੇਨੈਂਸ ਕੀ ਕਹਿੰਦੀ ਪਈ ਆ? ਇਹ ਵੀ ਇੱਕ ਪਲਾਨਡ ਮੇਨਟੇਨੈਂਸ ਆ, ਇਹ ਇੱਕ ਅਪਗ੍ਰੇਡਡ ਵਰਜ਼ਨ ਆ ਮੇਨਟੇਨੈਂਸਿਸ ਦਾ। ਇਹਦੇ ਵਿੱਚ ਅਸੀਂ ਕੀ ਕਰਦੇ ਆ, ਇੱਕ ਤਰ੍ਹਾਂ ਦੀ ਸਰਵਿਸਿੰਗ ਆ, ਜਿਹੜੀਆਂ ਕੁਆਟਰਲੀ ਉਹਦੇ ਤੇ ਕੰਮ ਕੀ ਕੀਤਾ ਜਾਣਾ, ਮੰਥਲੀ ਕੰਮ ਕੀ ਕੀਤਾ ਜਾਣਾ, ਹਾਫ ਈਅਰਲੀ ਕੰਮ ਕੀ ਕਰਨਾ, ਈਅਰਲੀ ਕੰਮ ਆਪਾਂ ਉਸ ਮਸ਼ੀਨ ਤੇ ਕਿਹੜੇ ਕਰਨਾ, ਇਹਨਾਂ ਨੂੰ ਪ੍ਰੀਵੈਂਟਿਵ ਮੇਨਟੇਨੈਂਸਿਸ ਕਹਿੰਦੇ। ਇਹਦਾ ਪ੍ਰੋਪਰ ਸ਼ਡਿਊਲ ਤਿਆਰ ਹੁੰਦਾ ਆ, ਕਿਹੜੇ ਟਾਈਮ ਤੇ ਅਸੀਂ ਉਸ ਮਸ਼ੀਨ ਦੇ ਉੱਤੇ ਕੀ ਕੰਮ ਕਰਨਾ ਹੈਗਾ, ਰਾਈਟ। ਜਿੱਦਾਂ ਆਪਾਂ ਸਕੂਟਰ, ਮੋਟਰਸਾਈਕਲ, ਕਾਰ ਦੀ ਮੇਨਟੇਨੈਂਸ ਕਰਦੇ ਆ ਵੀ ਇੰਨੀ ਦੇਰ ਬਾਅਦ ਇੰਜਨ ਆਇਲ ਚੇਂਜ ਹੋਣਾ, ਇੰਨੀ ਦੇਰ ਬਾਅਦ ਗੀਅਰ ਆਇਲ ਚੇਂਜ ਹੋਣਾ, ਇੰਨੀ ਦੇਰ ਬਾਅਦ ਇਹਦੇ ਗੀਅਰ ਚੇਂਜ ਹੋਣਗੇ, ਫਿਰ ਟਾਈਮਿੰਗ ਬੈਲਟ ਚੇਂਜ ਹੋਏਗੀ, ਰਾਈਟ। ਇਸੇ ਤਰ੍ਹਾਂ ਹੀ ਇਹਦੇ ਵਿੱਚ ਵੀ ਆਪਾਂ ਇੱਕ ਪਲਾਨ ਕਰ ਲੈਂਦੇ ਆ, ਉਹਦੇ ਤਰੀਕੇ ਦੇ ਨਾਲ ਅਸੀਂ ਉਸ ਮਸ਼ੀਨ ਦੇ ਉੱਤੇ ਕੰਮ ਕਰਨਾ। ਇਹਦਾ ਫਾਇਦਾ ਕੀ ਹੈ? ਇਟ ਇਜ਼ ਕੈਰੀਡ ਆਊਟ ਬਿਫੋਰ ਦੀ ਫੇਲੀਅਰ ਅਰਾਈਜ਼ਸ। ਆਪਾਂ ਇਹ ਨਹੀਂ ਵੇਟ ਕਰਨੀ ਕਿ ਮਸ਼ੀਨ ਦੇ ਵਿੱਚ ਫੇਲੀਅਰ ਆਏਗਾ ਤਾਂ ਆਪਾਂ ਕੰਮ ਕਰਕੇ, ਨੋ, ਅਸੀਂ ਪਹਿਲਾਂ ਹੀ ਉਸ ਚੀਜ਼ ਨੂੰ ਓਵਰਕਮ ਕਰਨਾ ਟੂ ਪ੍ਰੀਵੈਂਟ ਬ੍ਰੇਕਡਾਊਨਸ, ਬਾਰ-ਬਾਰ ਬ੍ਰੇਕਡਾਊਨਸ ਨਾ ਹੋਣ। ਹੁਣ ਇਹਦੇ ਵਿੱਚ ਇਨਕਲੂਡ ਕੀ ਹੁੰਦਾ? ਪੀਰੀਓਡਿਕ ਅਪਕੀਪ, ਓਵਰਹੌਲਿੰਗ, ਸਰਵਿਸਿੰਗ ਟੂ ਪ੍ਰੀਵੈਂਟ ਬ੍ਰੇਕਡਾਊਨਸ। ਇਹ ਕੁਐਸਚਨ ਆ ਸਕਦਾ, which type of maintenance is covered under preventive maintenance, right? ਜਾਂ ਇਹ ਵੀ ਕੁਐਸਚਨ ਤੁਹਾਡੇ ਕੋਲੋਂ ਪੁੱਛਿਆ ਜਾ ਸਕਦਾ ਹੈ ਕਿ ਕਿਹੜੀ ਮੇਨਟੇਨੈਂਸਿਸ ਜਿਹੜੀਆਂ ਹੈਗੀਆਂ ਉਹ ਪਲਾਨਡ ਮੇਨਟੇਨੈਂਸ ਆ, ਰਾਈਟ। ਸੋ ਆ ਸਾਰੀਆਂ ਪਲਾਨਡ ਮੇਨਟੇਨੈਂਸਿਸ ਨੇ, ਇਹਨੂੰ ਛੱਡ ਕੇ, ਕਰੈਕਟਿਵ ਬ੍ਰੇਕ ਨੂੰ ਛੱਡ ਕੇ। ਸੋ ਕਈ ਵਾਰੀ ਆਉਂਦਾ which of the following is not the planned maintenance, so corrective and breakdown maintenance। ਇਹ ਫਾਇਰ ਫਾਈਟਿੰਗ ਆ, ਇਹ ਦਿਮਾਗ 'ਚ ਰੱਖਣਾ ਆਪਣੇ, ਰਾਈਟ। ਨੋਇਜ਼ ਪ੍ਰੈਡਿਕਟਿਵ ਮੇਨਟੇਨੈਂਸ। ਪ੍ਰੈਡਿਕਟਿਵ ਮੇਨਟੇਨੈਂਸ ਇੱਕ ਇਹ ਵੀ ਅਪਗ੍ਰੇਡਡ ਔਰ ਲੇਟੈਸਟ ਵਰਜ਼ਨ ਹੈਗਾ, ਖੈਰ ਇੰਡਸਟਰੀ ਦੇ ਵਿੱਚ ਕਾਫੀ ਦੇਰ ਤੋਂ ਇੰਟਰੋਡਿਊਸ ਕਰ ਦਿੱਤਾ ਗਿਆ ਇਸ ਚੀਜ਼ ਨੂੰ। ਪ੍ਰੈਡਿਕਟਿਵ ਮੇਨਟੇਨੈਂਸ ਕੀ ਹੈਗੀ ਆ? ਇਹਦੇ ਵਿੱਚ ਅਸੀਂ ਜਿਹੜੇ ਸਪੇਅਰ ਪਾਰਟਸ ਮਸ਼ੀਨ ਦੇ ਵਿੱਚ ਚੱਲਦੇ ਪਏ ਆ ਉਹਨਾਂ ਦਾ ਲਾਈਫ ਸਪੈਨ ਪ੍ਰੈਡਿਕਟ ਕਰਨਾ ਕਿ ਕਿੰਨੀ ਦੇਰ ਕਿਹੜਾ ਪਾਰਟ ਚੱਲਦਾ ਆ। ਸੇ ਕੋਈ ਬੇਅਰਿੰਗ ਆ, ਕੋਈ ਬੈਲਟ ਆ, ਕੋਈ ਮੂਵਿੰਗ ਪਾਰਟ ਹੈਗਾ ਆ, ਕੋਈ ਸੈਂਸਰ ਹੈਗਾ ਆ, ਕੋਈ ਕੰਟੈਕਟਰ ਹੈਗਾ ਆ, ਕੋਈ ਰਿਲੇ ਹੈਗੀ ਆ, ਉਹਦੀ ਲਾਈਫ ਕਿੰਨੀ ਆ ਆਪਾਂ ਸਟੱਡੀ ਕਰਨਾ। ਔਰ ਉਸ ਪਰ ਪਾਰਟ ਨੂੰ ਵੇਟ ਨਹੀਂ ਕਰਨੀ ਵੀ ਖਰਾਬ ਹੋਵੇ, ਉਨੀ ਦੇਰ ਬਾਅਦ ਆਪਾਂ ਚੇਂਜ ਕਰ ਦੇਣਾ। ਸੇ ਕਿਸੇ ਪਾਰਟ ਦੀ ਲਾਈਫ 6 ਮਹੀਨੇ ਆ, ਕਿਸੇ ਦੀ ਸਾਲ ਆ, ਕਿਸੇ ਦੀ 1.5 ਸਾਲ ਆ, ਕਿਸੇ ਦੀ 2 ਸਾਲ ਆ, ਉਹਦਾ ਪ੍ਰੋਪਰ ਰਿਕਾਰਡ ਤਿਆਰ ਕੀਤਾ ਜਾਂਦਾ। ਉਨੀ ਦੇਰ ਬਾਅਦ ਆਪਾਂ ਮਸ਼ੀਨ ਨੂੰ ਡਾਊਨ ਲਵਾਂਗੇ ਔਰ ਉਹਦੇ ਵਿੱਚੋਂ ਉਹ ਪਾਰਟ ਜਿਹੜਾ ਆ ਆਪਾਂ ਚੇਂਜ ਕਰ ਦੇਣਾ, ਉਹਨੂੰ ਬਦਲ ਦਵਾਂਗੇ, ਰਾਈਟ। ਸੋ ਇਹ ਜਿਹੜਾ ਪ੍ਰੈਡਿਕਟਿਵ ਮੇਨਟੇਨੈਂਸ ਹੈਗਾ ਆ, ਅਸੀਂ ਇਹਦੇ ਵਿੱਚ ਪ੍ਰੈਡਿਕਟਿਵ ਮੇਨਟੇਨੈਂਸ ਕੀ ਕਈ ਵਾਰੀ ਆਪਾਂ ਪਾਰਟ ਨਾਲ ਕੰਪਰੋਮਾਈਜ਼ ਕਰ ਲੈਂਦੇ ਆ ਵੀ ਇਹ ਪਾਰਟ ਦੀ ਲਾਈਫ ਜਿਹੜੀ 1.5 ਸਾਲ ਸੀਗੀ, ਹਲੇ ਕੱਢ ਕੇ ਦੇਖਿਆ ਠੀਕ ਆ ਜੀ, ਮੈਂ ਰਹਿਣ ਦੋ, ਇਹਨੂੰ ਚੱਲਣ ਦੋ ਜੀ। ਇਸੇ ਤਰ੍ਹਾਂ ਜੇ ਉਹ ਆਪਾਂ ਚੱਲਣ ਦੇਵਾਂਗੇ, ਹੋ ਸਕਦਾ 2 ਮਹੀਨੇ ਬਾਅਦ ਸਾਡੇ ਕੋਲ ਪ੍ਰੋਡਕਸ਼ਨ ਦਾ ਲੋਡ ਬਹੁਤ ਜ਼ਿਆਦਾ ਆ ਔਰ ਉਹ ਫਾਲਟ ਜਿਹੜਾ ਮਸ਼ੀਨ ਦਾ ਉਹੀ ਵਾਲਾ ਪਾਰਟ ਖਰਾਬ ਹੋ ਗਿਆ। ਹੁਣ ਕਿਉਂਕਿ ਉਹ ਖਰਾਬ ਚੱਲਦਾ ਰਿਹਾ 3 ਦਿਨ, ਇਸ ਕਰਕੇ ਉਹਨੇ ਨਾਲ ਦੇ ਪਾਰਟਸ ਨੂੰ ਵੀ ਡੈਮੇਜ ਕਰ ਦਿੱਤਾ। ਬੇਅਰਿੰਗ ਸੀ, ਸ਼ਾਫਟ ਖਰਾਬ ਹੋ ਗਈ, ਉਹਦੀ ਹਾਊਸਿੰਗ ਖਰਾਬ ਹੋ ਗਈ। ਇੱਕ ਤਾਂ ਸਾਡਾ ਮੇਨਟੇਨੈਂਸ ਦਾ ਖਰਚਾ ਵੱਧ ਗਿਆ, ਦੂਸਰਾ ਪ੍ਰੋਡਕਸ਼ਨ ਦਾ ਲੋਡ ਸੀਗਾ, ਉਹਦੇ ਕਰਕੇ ਮਸ਼ੀਨ ਜਿਹੜੀ ਹੈ ਸਾਨੂੰ ਬੰਦ ਕਰਨੀ ਪੈ ਗਈ, ਪ੍ਰੋਡਕਸ਼ਨ ਲਾਸ ਹੋ ਗਿਆ, ਸਪਲਾਇਰ ਕੋਲ ਸਾਡਾ ਟਾਈਮ ਸਿਰ ਸਮਾਨ ਨਹੀਂ ਪਹੁੰਚਿਆ ਔਰ ਉਹਦੇ ਤੇ ਖਰਚੇ ਵੀ ਹੋ ਗਏ ਬਿਕੋਜ਼ ਉਹਦੇ ਨਾਲ ਐਡੀਸ਼ਨਲ ਪਾਰਟਸ ਵੀ ਖਰਾਬ ਹੋ ਗਏ ਸੀ, ਡੈਮੇਜ ਹੋ ਗਏ ਸੀਗੇ। ਸੋ ਇਹ ਪ੍ਰੈਡਿਕਟਿਵ ਮੇਨਟੇਨੈਂਸ ਹੈ ਜਿਹਦੇ ਚ ਆਪਾਂ ਲਾਈਫ ਸਪੈਨ ਨੂੰ ਸਟੱਡੀ ਕਰਨਾ ਹੈ। ਓਕੇ, ਇਹਦੇ ਵਿੱਚ ਤੁਹਾਨੂੰ ਆ ਸਕਦਾ ਆ ਕਿ ਅਸੀਂ ਲਾਈਫ ਸਪੈਨ ਜਿਹੜਾ ਹੈਗਾ ਆ ਕਿਹੜੀ ਮੇਨਟੇਨੈਂਸ ਦੇ ਅੰਡਰ ਜਿਹੜਾ ਆ ਉਹ ਸਪੇਅਰ ਪਾਰਟ ਦਾ ਸਟੱਡੀ ਕਰਦੇ ਆ, ਪ੍ਰੈਡਿਕਟਿਵ ਮੇਨਟੇਨੈਂਸ ਦੇ ਅੰਡਰ, ਰਾਈਟ। ਸੋ ਹੁਣ ਆਪਾਂ ਦੇਖਦੇ ਹਾਂ TPM ਦਾ ਬੈਨੀਫਿਟ ਕੀ ਹੈਗਾ, ਫਾਇਦੇ ਕੀ ਹੈਗੇ ਆ। ਆਲਰੇਡੀ ਮੈਂ ਸਾਰੀਆਂ ਚੀਜ਼ਾਂ ਨੂੰ ਕਵਰ ਕਰ ਚੁੱਕਾ। ਇਨਕਰੀਜ਼ਡ ਇਕਵਿਪਮੈਂਟ ਪ੍ਰੋਡਕਟਿਵਿਟੀ, ਆਬਵੀਅਸ ਹੈਗਾ ਕਿ ਉਹਦੇ ਚ ਡਾਊਨ ਟਾਈਮ ਲੌਸਿਸ ਮੈਂ ਰਿਡਿਊਸ ਕਰਤੇ। ਜੇ ਡਾਊਨ ਟਾਈਮ ਕਰ ਦਿੱਤੇ ਔਰ ਮਸ਼ੀਨ ਨੂੰ ਮੈਂ ਮੇਨਟੇਨ ਕਰ ਦਿੱਤਾ, ਉਹਦੀਆਂ ਵੇਰੀਅਸ ਮੇਨਟੇਨੈਂਸਿਸ ਟਾਈਮ ਸਿਰ ਕਰ ਦਿੱਤੀਆਂ,
क्वालिटी इंप्रूव होगी, प्रोडक्शन इंप्रूव होगी, ਉਹਦੇ ਨਾਲ प्रोडक्टिविटी इंक्रीज होगी, राइट। रिलायबिलिटी मशीन की बढ़ूगी, रिलायबिलिटी की चलती चलती मशीन मेरी खराब नहीं होगी, बार बार डाउन नहीं होगी, क्योंकि मैं ਉਹਦੇ प्लान मेंटेनेंस कर रही हैं। रिड्यूस मैं ऑलरेडी कर चुका, डाउन टाइम रिड्यूस होएगा, प्लांट की जी कैपेसिटी जी इनक्रीज होएगी, मशीन लाइन एक्सटेंड होएगी। मशीन एक्सटेंड मशीन लाइन का की मतलब जीरो ब्रेकडाउन लैवल आएगा, ब्रेकडाउन ही रिड्यूस करना टीपीएम का जो मेन गोल है वो आप अचीव कर लिया, वो जीरो ब्रेकडाउन लैवल मेनटेन हो गया। लोअर मेंटेनेंस एंड प्रोडक्शन कॉस्ट, क्योंकि मैं प्रेडिक्टिव मेंटेनेंस करनी शुरू कर दी, पार्ट्स ਨੂੰ लाइफ के हिसाब ਨਾਲ चेंज करना शुरू कर दिता, ਉਹਦੇ ਨਾਲ एडिशनल पार्ट्स नहीं मेरे खराब होए, इस करके ਜਿਹੜੀ मेरी हैगी आ वो लोअर मेंटेनेंस एंड प्रोडक्शन कॉस्ट भी होगी। अप्रोचिंग जीरो इक्विपमेंट कॉस्ट, ये भी ਜਿਹੜਾ ਹੈਗਾ जीरो ब्रेकडाउन है, बेसिकली कॉस्ट ब्रेकडाउन फ्री किसी मशीन ਨੂੰ ਬਣਾਉਣਾ ਉਹਨੂੰ अप्रोचिंग जीरो इक्विपमेंट ਕਿਹਾ ਜਾਂਦਾ। इंप्रूवड टीम वर्क बिटवीन ऑपरेटर एंड मेंटेनेंस पीपल, ये बड़ा इंपॉर्टेंट पॉइंट है, क्योंकि ऑपरेटर ने किसी के उपर अपनी मशीन के फॉल्ट ਨੂੰ थोपना बंद कर दिता, क्योंकि वो तो मालिक है मशीन का, वो कहता मैं ओनर है मशीन का, वो किसी से किद्दां सिट सकता ये मेरी मशीन खराब है तो किसी का फॉल्ट आ, राइट। ये मेंटेनेंस डिपार्टमेंट वाले भी कंफर्टेबल रहते हैं, क्योंकि मशीन चलती हुई बंद नहीं होंगी पई, उन्होंने उत्ते किसी तरह का ब्लेम नहीं आता पाया, वो ਜਿਹੜੀਆਂ प्लैंड मेंटेनेंसिस ਨੂੰ टाइम सिर करते पे आ, मशीन ਜਿਹੜੀ ਆ ਬਿਲਕੁਲ ਜ਼ੀਰੋ ਬ੍ਰੇਕਡਾਊਨ ਤੇ ਚੱਲਦੀ ਪਈ ਆ, ਸਾਰੇ ਕੰਫਰਟੇਬਲ ਹੈਗੇ ਆ। ਸੋ ਉਹਨਾਂ ਦੇ ਵਿੱਚ ਆਪਸ ਚ ਟੀਮ ਵਰਕ ਵੀ ਬਣ ਜਾਂਦਾ, ਜੇ ਕੋਈ ਡਿਵੈਲਪਮੈਂਟ ਕਰਨ ਵਾਲੀ ਆ ਪ੍ਰੋਡਕਸ਼ਨ ਡਿਪਾਰਟਮੈਂਟ ਵਾਲਾ ਆਪਰੇਟਰ ਜਾ ਕੇ ਦੱਸੇਗਾ। ਸੋ ਜੌਬ ਸੈਟੀਸਫੈਕਸ਼ਨ ਓਬਵੀਅਸ ਹੈਗਾ ਕਿ ਮਸ਼ੀਨਾਂ ਵਧੀਆ ਚੱਲਦੀਆਂ ਪਈਆਂ, ਜੌਬ ਸੈਟੀਸਫੈਕਸ਼ਨ ਹੋਏਗੀ, ਮਸ਼ੀਨਾਂ ਵਧੀਆ ਚੱਲਦੀਆਂ ਪਈਆਂ, ਪ੍ਰੋਡਕਟਿਵਿਟੀ ਇਨਕਰੀਜ਼ ਹੋਏਗੀ, ਜਿਹਦੇ ਨਾਲ ਇਨਵੈਸਟਮੈਂਟ ਰਿਟਰਨ ਹੋਏਗੀ, ਔਰ ਓਬਵੀਅਸ ਹੈਗਾ ਮਸ਼ੀਨਾਂ ਦੀ ਬ੍ਰੇਕਡਾਊਨ ਨਹੀਂ ਹੁੰਦੀ, एक्सीडेंट ਉਹਦੇ ਤੇ ਘਟ ਜਾਂਦੇ ਆ, ਇਸ ਕਰਕੇ ਜਿਹੜੀ ਸੇਫਟੀ ਹੈਗੀ ਆ ਉਹ ਵੀ ਇਨਕਰੀਜ਼ ਹੋ ਜਾਂਦੀ ਹੈ। ਸੋ ਇਹ ਜਿਹੜੇ ਸਾਰੇ ਸੀਗੇ ਬੈਨੀਫਿਟਸ ਆਫ ਟੀਪੀਐਮ ਸੀਗੇ, ਟੀਪੀਐਮ ਨੂੰ ਮੈਂ ਡਿਟੇਲ ਦੇ ਨਾਲ ਡਿਸਕਸ ਕਰ ਦਿੱਤਾ। ਹੁਣ ਅਸੀਂ ਆਵਾਂਗੇ ਅੱਗੇ, ਸਾਰੇ ਸਟੂਡੈਂਟਸ ਸਾਰੇ ਪਾਰਟਿਸਿਪੈਂਟਸ ਜਿਹੜੇ ਆ ਮੇਰੇ ਨਾਲ ਐਂਡ ਤੱਕ ਅਟੈਚ ਰਹਿਣਗੇ, ਕਿਉਂਕਿ ਬਹੁਤ ਇੰਪੋਰਟੈਂਟ ਟੌਪਿਕ ਜਿਹੜਾ ਹੈਗਾ ਆ, ਤੁਹਾਡੇ ਜਿਹੜੇ ਐਗਜ਼ਾਮਸ ਹੋ ਰਹੇ ਆ ਅੱਗੇ ਜਾ ਕੇ ਫਾਈਨਲ ਐਗਜ਼ਾਮਸ ਹੋਣੇ ਆ। ਹੁਣ ਇੰਪਲੋਏਬਿਲਿਟੀ ਸਕਿੱਲਸ ਦਾ ਤੁਹਾਡਾ ਐਗਜ਼ਾਮ ਹੋਇਆ ਸੀਗਾ, पेपर होया सी, मैं देखा ਉਹਦਾ ਰਿਜ਼ਲਟ बहुत अच्छे ਬੱਚਿਆਂ ਨੇ ਅਟੈਂਪਟ ਕੀਤੇ, बहुत अच्छे ਬੱਚਿਆਂ ਨੇ ਉਹਦੇ ਚ ਮਾਰਕਸ ਲਏ ਨੇ। ਇਹਦੇ ਵਿੱਚ ਕਾਫੀ ਪੋਰਸ਼ਨ ਜਿਹੜਾ ਆਪਾਂ ਪੜ ਚੁੱਕੇ ਹਾਂ, ਉਹਦੇ ਵਿੱਚੋਂ ਕਾਫੀ ਕੁਐਸਚਨ ਆਏ ਸੀਗੇ, ਤੁਸੀਂ ਦੇਖਿਆ ਹੋਣਾ, ਰਾਈਟ। ਸੋ ਆਪਾਂ ਕਈ ਵਾਰੀ ਕਨਫਿਊਜ਼ਨ ਹੁੰਦਾ, ਕਈ ਵਾਰੀ ਆਪਾਂ ਉਹਦੇ ਚ ਗੈਸ ਕਰਕੇ ਮਾਰਕ ਕਰ ਦਿੰਦੇ ਆ, ਰਾਈਟ, ਪਰ ਫੰਡਾਮੈਂਟਲੀ ਸਾਨੂੰ ਉਹਨਾਂ ਚੀਜ਼ਾਂ ਦਾ ਕਲੀਅਰ ਨਹੀਂ ਹੁੰਦਾ। ਸੋ ਅਸੀਂ ਇਸ ਪੇਪਰ ਨੂੰ ਡਿਸਕਸ ਕਰਕੇ ਫੰਡਾਮੈਂਟਲੀ ਕਲੀਅਰ ਕਰਨਾ ਕਿ ਉਹ ਆਨਸਰ ਆਪਾਂ ਕਿਉਂ ਦਿੱਤੇ। ਇਸ ਤੋਂ ਬਾਅਦ ਪੇਪਰ ਡਿਸਕਸ਼ਨ ਤੋਂ ਬਾਅਦ 5 ਮਿੰਟ ਮੈਂ ਤੁਹਾਡੇ ਹੋਰ ਲਵਾਂਗਾ, ਜਿਹੜੇ ਇਸ ਟੌਪਿਕ ਦੇ ਨਾਲ ਰਿਲੇਟਡ ਆ, ਮੀਨਸ ਜਿਹੜਾ ਮੈਂ ਕੁਆਲਿਟੀ ਪੈਰਾਮੀਟਰਸ ਕਰਵਾਉਣਾ ਪਿਆ, ਇਸ ਕਰਕੇ ਕੋਈ ਵੀ ਪਾਰਟਿਸਪੈਂਟ ਜਿਹੜਾ ਹੈ ਇਹਨੂੰ ਛੱਡ ਕੇ ਨਹੀਂ, ਬਹੁਤ ਇੰਟਰਸਟਿੰਗ ਅੱਗੇ ਆਪਾਂ ਗੱਲਾਂ ਕਰਨੀਆਂ ਨੇ। ਸੋ ਜਿਹੜਾ ਕੁਐਸਚਨ ਪੇਪਰ ਆਏਗਾ ਉਹਦੇ ਵਿੱਚ ਜਿਹੜੀ ਤੁਹਾਡੇ ਕੁਐਸਚਨ ਦੀ ਸੀਕੁਐਂਸ ਸੀ, ਇਹ ਜਿਹੜੀ ਮੇਰੀ ਸੀਕੁਐਂਸ ਥੋੜੀ ਜਿਹੀ ਡਿਫਰੈਂਟ ਆ, ਪਰ ਕੁਐਸਚਨ 30 ਆਏ ਸੀ, 30 ਦੇ 30 ਉਹੀ ਕੁਐਸਚਨ ਨੇ ਤੁਹਾਡੇ ਕੋਲ, ਰਾਈਟ। ਸੋ ਇਹਦੇ ਵਿੱਚ ਅੱਗੇ ਪਿੱਛੇ ਮੈਂ ਕੁਐਸਚਨ ਜ਼ਰੂਰ ਕੀਤੇ ਹੋਏ ਆ। ਸੋ ਸਭ ਤੋਂ ਇੱਕ ਪਹਿਲਾ ਕੁਐਸਚਨ ਸੀ ਪ੍ਰੋਡਕਟਿਵਿਟੀ, ਮੈਂ ਆਲਰੇਡੀ ਤੁਹਾਨੂੰ ਚੈਪਟਰ ਪੜ੍ਹਾ ਚੁੱਕਾ। ਪ੍ਰੋਡਕਟਿਵਿਟੀ ਕੀ ਹੈਗੀ ਆ? ਰਿਸੋਰਸਿਸ ਨੂੰ ਆਪਣਾ ਘੱਟ ਕਰਕੇ ਆਊਟਪੁੱਟ ਨੂੰ ਇਨਕਰੀਜ਼ ਕਰਨਾ। ਸੋ ਇਟ ਇਜ਼ ਦੀ ਰੇਸ਼ੋ ਆਫ ਆਊਟਪੁੱਟ ਟੂ ਇਨਪੁੱਟ। ਕਾਫੀ ਬੱਚਿਆਂ ਨੇ ਠੀਕ ਕੀਤਾ ਸੀਗਾ, ਬਹੁਤ ਬੱਚਿਆਂ ਨੇ, ਮੈਨੂੰ ਬਹੁਤ ਖੁਸ਼ੀ ਹੋਈ, ਬੱਚਿਆਂ ਨੇ ਸਾਰਿਆਂ ਨੇ ਠੀਕ ਕੀਤਾ ਸੀ, ਬਹੁਤ ਬੱਚਿਆਂ ਨੇ ਠੀਕ ਕੀਤਾ ਆਨਸਰ, ਬਹੁਤ, ਇਸ ਲਈ ਸ਼ਾਬਾਸ਼ ਸਾਰਿਆਂ ਨੂੰ। The useful means of comparing economic well-being among countries, मैं पहला गल कीती सी कि GDP ਦੀ ਵੀ ਜਿੰਨੀ ਵੀ ਆਪਾਂ ਸਾਲ ਦੇ ਵਿੱਚ ਆਊਟਕਮ ਦਿੰਨੇ ਪਏ ਆ, ਉਹਨਾਂ ਨੂੰ ਅਸੀਂ GDP ਕਹਿੰਦੇ ਪਏ ਆ। ਜੇ GDP ਨੂੰ ਆਪਾਂ ਪੋਪੂਲੇਸ਼ਨ ਦੇ ਨਾਲ ਡਿਵਾਈਡ ਕਰ ਦਈਏ, GDP ਪਰ ਕੈਪੀਟਾ ਬਣ ਜਾਂਦਾ। ਜਿੰਨਾ GDP ਪਰ ਕੈਪੀਟਾ ਹੋਊਗਾ, ਉਹਨੇ ਲਿਵਿੰਗ ਸਟੈਂਡਰਡ ਉਸ ਕੰਟਰੀ ਦੇ ਹੋਣਗੇ, ਉਹਨੇ ਇੱਕ ਇੰਡੀਵਿਜੂਅਲ ਸਿਟੀਜ਼ਨ ਜਿਹੜਾ ਹੈਗਾ ਆ, ਉਹਦੀ ਇੱਕ ਤਰ੍ਹਾਂ ਦੀ ਅਰਨਿੰਗ ਮੰਨੀ ਜਾਏਗੀ ਉਹ, ਕਿ ਉਹ ਬੰਦਾ ਉੱਥੇ ਸਟੈਂਡ ਕਰਦਾ ਪਿਆ। ਓਬਵੀਅਸਲੀ ਜਿਹੜੇ ਹਰ ਇੱਕ ਸਿਟੀਜ਼ਨ ਦੀ ਜਿਹੜੀ ਸੈਲਰੀ ਹੈਗੀ ਆ ਜਾਂ ਉਹਦਾ ਇੱਕ ਅਰਨਿੰਗ ਲੈਵਲ ਹੈਗਾ, ਉਹ ਇਨਕਰੀਜ਼ ਹੋਏਗਾ, ਤੇ ਉਹਦੇ ਨਾਲ ਹੀ ਆਪਾਂ ਇਕਨੋਮਿਕ ਵੈਲਬੀਇੰਗ ਨੂੰ ਕੰਪੇਅਰ ਕਰ ਸਕਦੇ ਹਾਂ, ਰਾਈਟ। ਸੋ GDP ਪਰ ਕੈਪੀਟਾ ਇਹਦਾ ਆਨਸਰ ਸੀਗਾ, GDP ਨਹੀਂ ਸੀਗਾ, GDP ਪਰ ਕੈਪੀਟਾ ਸੀਗਾ। ਇੰਡੀਵਿਜੂਅਲ ਬੰਦੇ ਨਾਲ ਆਪਾਂ ਕਰਾਂਗੇ ਨਾ। ਹੁਣ GDP ਮੰਨ ਲਓ ਮੇਰੀ 15 ਕਰੋੜ ਆ, ਰਾਈਟ, ਪਾਕਿਸਤਾਨ ਦੀ ਵੀ 15 ਕਰੋੜ ਆ ਸੇ ਫॉर एग्जांपल। ਹੁਣ ਉਹਦੀ ਪੋਪੂਲੇਸ਼ਨ ਘੱਟ ਆ, ਮੇਰੀ ਪੋਪੂਲੇਸ਼ਨ ਜ਼ਿਆਦਾ ਹੈ, ਮੇਰੀ GDP ਪਰ ਕੈਪੀਟਾ ਘਟ ਗਈ, ਮੇਰੇ ਲੋਕਾਂ ਦੀ ਸੈਲਰੀ ਘਟ ਗਈ, ਤੇ ਮੈਂ GDP ਨੂੰ ਕਿੱਦਾਂ ਕ੍ਰਾਈਟੇਰੀਆ ਲੈ ਸਕਦਾ? ਸੋ ਜਿੰਨੀ ਪੋਪੂਲੇਸ਼ਨ ਜ਼ਿਆਦਾ ਹੈਗੀ, ਉਨੀ ਮੈਨੂੰ GDP ਰੇਟ ਵੀ ਵਧਾਉਣਾ ਪਏਗਾ,
राइट GDP पर कैपिटा दा एग्जैक्ट आंसर सी। सो हुण देखते हैं प्रोडक्टिविटी दे विचों काफी क्वेश्चन तुहानूं आए सीगे। प्रोडक्टिविटी कैन बी मैजर्ड इन विच ऑफ द फॉलोइंग इनपुट रिसोर्सिस, आउटपुट ओवर इनपुट। आउटपुट किहड़ियां हैगियां, अमाउंट प्रोड्यूस्ड। इनपुट किहड़ियां हैगियां, जिवें मटीरियल हो गया, लेबर हो गया, कैपिटल हो गया, लैंड हो गया, सारियां ही ने इनपुट ही तो हैगियां सारियां। सो ऑल ऑफ आवर सिंपल। प्रिवेंटिव मेंटेनेंस इंप्रूव्स, मैं प्रोडक्टिविटी च काम किया सीगा भी किहड़े किहड़े तरीकों के नाल मशीन की प्रोडक्टिविटी नूं एग्जाम्पल ऑफ प्रोडक्टिविटी उत्थे कीता सीगा। ऑबवियस हैगा मेंटेनेंस, अज की क्लास दे विच अज दे लैक्चर च भी आपां डिस्कस कर चुके हैं कि मशीनां दी कंडीशन जिहड़ी आ वो प्रोडक्टिविटी नूं इनक्रीज करती है। सो मशीनां नाल डायरैक्टली रिलेटेड हैगी ओहदी मेंटेनेंस। सो मशीन प्रोडक्टिविटी नूं इनक्रीज करती है। प्रिवेंटिव मेंटेनेंस अज गल भी हो चुकी है प्रिवेंटिव मेंटेनेंस की, राइट। So productivity can be increased किहड़े तरीके दे नाल वध सकदी है, by increasing the output from the same input, इक्को जी इनपुट रखांगे आउटपुट इनक्रीज करिए, ਜਾਂ इनपुट नूं घटा दिए आउटपुट नूं वधा उन्ना ही रखिए। हुण दो चीज़ां है, आउटपुट टू इनपुट ओहदी रेशो प्रोडक्टिविटी सारिਆਂ ਨੂੰ क्लीयर आ। हुण एक चीज़ आउटपुट नूं मैं वधाना पिया, राइट, इनपुट मैं उन्नी रखदा पिया, ਜਾਂ आउटपुट नूं मैं उन्ना ही रखिया इनपुट नूं रिड्यूस कर दिता। सो दोनों चीज़ों के नाल ही मेरी प्रोडक्टिविटी इनक्रीज होएगी। सो बोथ ए एंड बी, राइट। सो उहदे च मैं ग्रोस डोमैस्टिक प्रोडक्ट का एक क्वेश्चन सीगा, उहदे च मैं इक्वेशन तुहानूं सारिਆਂ ਨੂੰ रीड आउट कराई सी, GDP = C + G + I + NX। NX नूं मैं डिटेल दे विच एक्सप्लेन कीता सी, ये नैट एक्सपोर्ट आ। सो नैट एक्सपोर्ट की है, जिन्ना असीं एक्सपोर्ट किया और जिन्ना इंपोर्ट होया बाहरलियां कंट्रियां दे विचों आए। NX नूं कदी भी एक्सपोर्ट नहीं किया जाता। सो इट इज एक्सपोर्ट माइनस इंपोर्ट, आ वाली इहदी ऑप्शन सीगी, राइट। NX दी वैल्यू इहदे विचों तुहानूं I दा मतलब भी आ सकदा, G दा, C दा, GDP, ये सारियां दा मीनिंग फुल फॉर्म आ सकदी है पेपर दे विच। NX ज़्यादातर तुहानूं पेपर दे विच आंदा है, ओही क्वेश्चन तुहाडे पेपर दे विच आया सीगा, एक्सपोर्ट माइनस इंपोर्ट। थोड़ा जिहा जल्दी जल्दी करांगे। Which of the following is not a productivity affecting factor? मैं फैक्टर्स कितने सी जेडे प्रोडक्टिविटी नूं अफेक्ट करते पे, जिवें स्किल हो गया, वर्किंग इन्वायरमेंट हो गया, ऑटोमेशन हो गया, दैन मोटिवेशन हो गया, ये सारे मैं फैक्टर्स कितने सीगे। इहदे विच वर्किंग एड्स हो गया, इहदे विच स्किल, इन्वायरमेंट, वर्किंग एड्स, ये तो सारियां अफेक्ट करदियां। लीडरशिप तो किते स्टैंड नहीं करती पई, राइट। सो लीडरशिप से ज्यादा विच ऑफ नोट पूछा होया, ये ख्याल रखना कितने नोट लगा होया उपर, ये थोड़ा जिहा ट्विस्टिंग होंदा बच्चों के लिए, नोट नूं इग्नोर करके थल्लों कह सोचते भी ये तो बड़ा कन्फ्यूजिंग आ गया। सो नोट आ पॉइंट नूं मेन करके देखा करो, जिले आंसर तुसीं देखदे हो कि वो नोट पुछ रहा जिहड़ा बिलोंग नहीं करता पिया उहदे नाल। सो लीडरशिप नहीं बिलोंग करती पई अफेक्टिंग नूं, सो लीडरशिप इहदा आंसर सी। विच ऑफ द फॉलोइंग इज द डिसएडवांटेज ऑफ ऑटोमेशन, ये भी मैं तुहानूं करवाया है। सारे क्वेश्चन लगभग उही आए ने जिहड़े मैं तुहानूं करवाए हुए हैं। सो सिक्योरिटी थ्रेट, इनक्रीज्ड प्रोडक्टिविटी, क्वालिटी इंप्रूवमेंट। देखो ऑटोमेशन दे नाल प्रोडक्टिविटी इनक्रीज होएगी सारिਆਂ ਨੂੰ पता, क्वालिटी इंप्रूव होएगी सारिਆਂ ਨੂੰ पता, ऑल ऑफ अब नहीं हो सकता। सिक्योरिटी थ्रेट की है, ऑटोमेशन की अपनी कोई इंटैलीजेंस नहीं हैगी, राइट। उन्होंने आपां डिवेलप किया होया, उन्हें अपने तरीके नाल जो भी आपां उन्होंने प्रोग्राम किया उहदे तरीके नाल चलूगा, ये उहदा डिसएडवांटेज है। सो एक्सपेंशन ऑफ CVVC, तुसी ATM कार्ड यूज करते हो, डेबिट कार्ड यूज करते हो, क्रेडिट कार्ड यूज करते हो, जिले उन्होंने रोटेट करके देखते हो, पिछे देखते हो एक ब्लैक बैंड लगा होया, उहदे ते एक पिछे 3 डिजिट नंबर आ, वो किसी ने शेयर नहीं करना आपां, राइट। पैसे तुहाडे निकल जाणगे बैंक दे विचों। सो ओहदी फुल एक्सपेंशन की है, फुल फॉर्म की हैगी, जदों भी एक्सपेंशन हुंदा है मतलब फुल फॉर्म दसनी आपां। कार्ड वेरीफिकेशन वैल्यू कोड, ये तो वैसे ही तुहानूं थंब रूल आ, इहनूं दा घोट के पी जाओ, राइट। ये आ सकता पेपर दे विच फाइनल च भी तुहानूं ये आ जाता नॉर्मली, क्योंकि उत्थे CVV नॉर्मली टर्म यूज होंदी है, CVVC टर्म बहुत रेयरली यूज करते हैं। सो इट इज कार्ड वेरीफिकेशन वैल्यू कोड। नैक्सट चलते हैं, फाइनेंशियल इंसेंटिव इज आल्सो नोन एज, फाइनेंशियल इंसेंटिव मैं करवाया सी स्पैशली तुहानूं, राइट, जिहदे विच रिवार्ड, मोटिवेशन, वेज इंसेंटिव, ये मैं कहा सी फाइनेंशियल इंसेंटिव नूं असीं वेज इंसेंटिव कहने, ये वाला आंसर है, राइट।
ਇਹ ਜਿਹੜਾ ਹੈਗਾ ਇਨਵੈਸਟਮੈਂਟ ਆਫ ਮੈਨੂਫੈਕਚਰਿੰਗ ਇੰਟਰਪ੍ਰਾਈਜ਼ਸ, ਇੱਕ MSMED ਡਿਵੈਲਪਮੈਂਟ ਐਕਟ ਪਾਸ ਹੋਇਆ 2006 ਦੇ ਵਿੱਚ। ਉਹਦੇ ਵਿੱਚ ਜਿਹੜੇ ਇੰਟਰਪ੍ਰਾਈਜ਼ਸ ਸੀ ਉਹਨਾਂ ਨੂੰ ਦੋ ਤਰੀਕੇ ਦੇ ਨਾਲ ਕੈਟਾਗਰਾਈਜ਼ਡ ਕਰਾਇਆ ਗਿਆ ਸੀ, ਸਰਵਿਸ ਇੰਟਰਪ੍ਰਾਈਜ਼ਸ ਤੇ ਮੈਨੂਫੈਕਚਰਿੰਗ ਇੰਟਰਪ੍ਰਾਈਜ਼ਸ। ਸੋ ਮੈਨੂਫੈਕਚਰਿੰਗ ਇੰਟਰਪ੍ਰਾਈਜ਼ਸ ਉਹ ਆ ਜਿਹੜੇ ਕਿਸੇ ਪ੍ਰੋਡਕਟ ਦੀ ਪ੍ਰੋਡਕਸ਼ਨ ਕਰਦੇ ਪਏ ਆ, ਸਰਵਿਸ ਵਾਲੇ ਜਿਹੜੇ ਸਰਵਿਸਿਜ਼ ਦੇ ਰਹੇ ਆ। ਮੈਂ ਇਹ ਟੌਪਿਕ ਬਹੁਤ ਜਲਦੀ ਤੁਹਾਡੇ ਲਈ ਲੈ ਕੇ ਆਵਾਂਗਾ ਕਿਉਂਕਿ ਫਸਟ ਚੈਪਟਰ ਦੇ ਵਿੱਚ ਬਿਲੋਂਗ ਕਰਦਾ, ਇੰਪੋਰਟੈਂਟ ਟੌਪਿਕ ਹੈਗਾ ਇਹ। ਮੈਂ ਅਲੱਗ ਤੋਂ ਇੱਕ ਇੰਡੀਪੈਂਡੈਂਟ ਟੌਪਿਕ ਤੁਹਾਨੂੰ ਕਰਵਾਵਾਂਗਾ। ਇਹ ਵਾਲਾ ਵੀ ਟੌਪਿਕ ਵੀ ਉਹ ਜਿਹੜਾ 12 ਨੰਬਰ ਤੇ 12 ਨੰਬਰ ਕੁਐਸਚਨ ਹੈਗਾ, ਇਹ ਵੀ ਤੁਹਾਨੂੰ ਮੈਂ ਜਲਦੀ ਇੱਕ ਅਲੱਗ ਤੋਂ ਟੌਪਿਕ ਲੈ ਕੇ ਆਵਾਂਗਾ ਕਿਉਂਕਿ ਤੁਹਾਡੇ ਅੱਗੇ ਜਾ ਕੇ ਬਹੁਤ ਇਹ ਤੁਸੀਂ ਆਪਣੇ ਬਿਜ਼ਨਸ ਸਟਾਰਟ ਕਰਨੇ ਆ, ਬਹੁਤ ਇਹ ਇੰਪੋਰਟੈਂਟ ਕੁਐਸਚਨ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਇਹਨਾਂ ਗੱਲਾਂ ਦੀ। ਸੋ ਅੱਗੇ ਜਾ ਕੇ ਦੱਸਾਂਗਾ ਕਿਉਂ ਇਹਦਾ ਆਨਸਰ ਮੈਂ ਇਹ ਲਿਆ ਸੀਗਾ। ਫਿਲਹਾਲ ਤੁਸੀਂ ਇਹਨੂੰ ਲੈ ਲੈਣਾ, ਪਲਾਂਟ ਐਂਡ ਮਸ਼ੀਨਰੀ ਇਹਦਾ ਆਨਸਰ ਹੈਗਾ, ਰਾਈਟ। ਕਿਉਂਕਿ ਮੈਨੂਫੈਕਚਰ ਕਰਨ ਦੇ ਲਈ ਮਸ਼ੀਨਾਂ ਦੀ ਜ਼ਰੂਰਤ ਆ, ਕੋਈ ਮੈਨੂਫੈਕਚਰਿੰਗ ਕਰਨ ਦੇ ਲਈ ਮਸ਼ੀਨਾਂ ਦੀ ਜ਼ਰੂਰਤ ਆ, ਪਲਾਂਟ ਜਿੱਥੇ ਮਸ਼ੀਨਾਂ ਲਗਾਉਣੀਆਂ ਉਹਦੀ ਵੀ ਜ਼ਰੂਰਤ ਆ। ਸੋ ਮਸ਼ੀਨਾਂ ਇੱਥੇ ਵੀ ਨਹੀਂ ਮੈਂਸ਼ਨ ਕੀਤਾ, ਇੱਥੇ ਮਸ਼ੀਨਾਂ ਨਹੀਂ ਮੈਂਸ਼ਨ ਹੋਇਆ, ਇੱਥੇ ਮਸ਼ੀਨ ਕਿਤੇ ਨਹੀਂ ਮੈਂਸ਼ਨ ਹੁੰਦਾ ਪਿਆ। ਸੋ ਸਭ ਤੋਂ ਵੱਡਾ ਫੈਕਟਰ ਤਾਂ ਮੈਨੂਫੈਕਚਰਿੰਗ ਲਈ ਮਸ਼ੀਨਰੀ ਆ, ਰਾਈਟ, ਪਲਾਂਟ ਐਂਡ ਮਸ਼ੀਨਰੀ। ਸੋ ਇਹ ਪ੍ਰੋਡਕਟ ਲਾਈਫ ਸਾਈਕਲ ਇਜ਼ ਡਿਵਾਈਡਡ ਇਨਟੂ ਹਾਊ ਮੈਨੀ ਸਟੇजेस, 5 ਸਟੇजेस। ਮੈਂ ਜਲਦੀ ਲੈ ਕੇ ਆਵਾਂਗਾ ਤੁਹਾਡੇ ਲਈ, 5 ਸਟੇजेस ਹੁੰਦੀਆਂ ਨੇ ਲਾਈਫ ਪ੍ਰੋਡਕਟ। ਮੈਂ ਪਿਛਲੇ ਪੇਪਰ ਦੇ ਵਿੱਚ ਵੀ ਤੁਹਾਡੇ ਨਾਲ ਡਿਸਕਸ ਕੀਤਾ ਸੀ, ਡਿਟੇਲ ਦੇ ਵਿੱਚ ਬਾਅਦ ਚ ਡਿਸਕਸ ਕਰਾਂਗੇ। ਫਿਲਹਾਲ ਤੁਸੀਂ ਮਾਈਂਡ ਦੇ ਵਿੱਚ ਰੱਖਣਾ 5 ਸਟੇजेस ਹੁੰਦੀਆਂ। ਇਹ ਵੀ ਉਹਦੇ ਨਾਲ ਰਿਲੇਟਡ ਹੀ ਹੈਗਾ, ਇਨਵੈਸਟਮੈਂਟ ਆਫ ਸਮਾਲ ਸਰਵਿਸ ਇੰਟਰਪ੍ਰਾਈਜ਼ਸ ਇਜ਼, ਕਿੰਨੀ ਉਹਦੀ ਇਨਵੈਸਟਮੈਂਟ ਆ। ਦੇਖੋ ਜਿੰਨੇ ਵੀ ਅਸੀਂ ਉਹਨਾਂ ਨੂੰ ਕੈਟਾਗਰਾਈਜ਼ ਕਿਵੇਂ ਕਰੀਏ ਕਿ ਇਹ ਮਾਈਕਰੋ ਆ, ਸਮਾਲ ਆ, ਜਾਂ ਇਹ ਆਪਣਾ MSME ਮੀਡੀਅਮ ਆ, ਜਾਂ ਇਹ ਲਾਰਜ ਇੰਟਰਪ੍ਰਾਈਜ਼। ਸਾਨੂੰ ਕਿੱਦਾਂ ਪਤਾ ਲੱਗੂਗਾ ਵੀ? ਹੁਣ ਵੱਡੀ ਬਿਲਡਿੰਗ ਦੇਖ ਕੇ ਤਾਂ ਸਾਨੂੰ ਪਤਾ ਨਹੀਂ ਲੱਗਦਾ, ਉਹਦੀ ਇਨਵੈਸਟਮੈਂਟ ਕਿੰਨੀ ਹੈ ਉਸ ਪਲਾਂਟ ਦੀ, ਉਸ ਤਰੀਕੇ ਦੇ ਨਾਲ ਆਪਾਂ ਉਹਨੂੰ ਡਿਵਾਈਡ ਕਰਦੇ ਹਾਂ, ਰਾਈਟ। ਸੋ ਇਹਦਾ 10 ਲੱਖ ਤੋਂ ਲੈ ਕੇ 2 ਕਰੋੜ ਤੱਕ ਸੀਗਾ। ਵਿਚ ਆਫ ਦੀ ਪ੍ਰੋਡਕਟ ਲਾਈਫ ਸਾਈਕਲ ਇਜ਼ ਦੀ ਮੋਸਟ ਪ੍ਰੋਫਿਟੇਬਲ। ਇਹ ਮੈਂ ਤੁਹਾਨੂੰ ਪਹਿਲਾਂ ਕਿਹਾ ਪ੍ਰੋਡਕਟ ਲਾਈਫ ਸਾਈਕਲ ਮੈਂ ਤੁਹਾਨੂੰ ਜਲਦੀ ਪੜਾਵਾਂਗਾ। ਫਿਲਹਾਲ ਤੁਸੀਂ ਲਿਖਣਾ ਮੈਚੁਰਿਟੀ ਸਟੇਜ, ਪਿਛਲੀ ਵਾਰੀ ਆਇਆ ਸੀਗਾ ਫਾਸਟ ਰੈਵਨਿਊ ਕਿਹੜਾ ਕਲੈਕਸ਼ਨ ਆ, ਉਹਦੇ ਵਿੱਚ ਗਰੋਥ ਸਟੇਜ ਆਨਸਰ ਸੀਗਾ। ਪਰ ਆ ਜਿਹੜਾ ਕੁਐਸਚਨ ਹੈਗਾ 14 ਨੰਬਰ, ਇਹਦੇ ਵਿੱਚ ਮੈਚੁਰਿਟੀ ਸਟੇਜ ਇਹਦਾ ਆਨਸਰ ਸੀਗਾ। ਜਲਦੀ ਮੈਂ ਪ੍ਰੋਡਕਟ ਲਾਈਫ ਸਾਈਕਲ ਦਾ ਤੁਹਾਡੇ ਲਈ ਲੈ ਕੇ ਆਵਾਂਗਾ, ਤੁਹਾਨੂੰ ਕੋਈ ਐਂਜ਼ਾਈਟੀ ਕਰਨ ਦੀ ਜ਼ਰੂਰਤ ਨਹੀਂ ਹੈਗੀ। ਸੋ ਇਹਦੇ ਵਿੱਚ ਹੀ ਕੁਝ ਇੰਸਟੀਚਿਊਟ ਨੇ ਜਿਹੜੇ ਐਂਟਰਪ੍ਰੈਨਿਓਰਸ ਨੂੰ ਗਾਈਡ ਕਰਦੇ ਆ, ਬਿਜ਼ਨਸ ਰਨ ਕਰਨ ਦੇ ਵਿੱਚ ਉਹਨਾਂ ਦੇ ਵਿੱਚ ਵੇਰੀਅਸ ਤਰੀਕੇ ਦੇ ਨਾਲ ਹੈਲਪ ਕਰਦੇ ਨੇ। ਉਹਦੇ ਵਿੱਚ ਇੱਕ ਐਕਸਪੈਂਸ਼ਨ ਆ ਬਹੁਤ ਇੰਪੋਰਟੈਂਟ ਆ, KVIC, ਖਾਦੀ ਐਂਡ ਵਿਲੇਜ ਇੰਡਸਟਰੀ ਕਮਿਸ਼ਨ ਇਹਦਾ ਆਨਸਰ ਹੈਗਾ ਆ। ਇਹ ਸਾਰਿਆਂ ਨੇ ਕਰਨਾ ਆ। ਇੱਕ ਹੋਰ ਕੁਐਸਚਨ ਸੀਗਾ, ਇਹ ਵੀ ਇਹਦੇ ਨਾਲ ਹੀ ਰਿਲੇਟਡ ਹੈਗਾ, ਇਹ ਵੀ ਮੈਂ ਤੁਹਾਡੇ ਲਈ ਟੌਪਿਕ ਇੱਕ ਇੰਡੀਪੈਂਡੈਂਟ ਲੈ ਕੇ ਆਵਾਂਗਾ ਬਹੁਤ ਹੀ ਜਲਦੀ। ਸੋ ਇਹਦੇ ਵਿੱਚ ਆਪਾਂ SIDO, SIDO, NSIC, SIDBI, MSME, ਕਿਸੇ ਵੀ ਇੰਟਰਪ੍ਰੈਨਿਓਰ ਕਿਸੇ ਨੇ ਬਿਜ਼ਨਸ ਰਨ ਕਰਨਾ, ਉਹਦੇ ਵਿੱਚ ਜਿਹੜਾ ਹੈਗਾ ਸਾਨੂੰ ਗਾਈਡ ਕਰਦੇ ਨੇ। ਕਿਹੜੀ ਆਰਗੇਨਾਈਜੇਸ਼ਨ, ਕਿਹੜਾ ਇੰਸਟੀਚਿਊਟ ਹੈਗਾ ਜਿਹੜਾ ਆਇਡੈਂਟੀਫਿਕੇਸ਼ਨ ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਗਾਈਡ ਕਰਦਾ, ਉਹ MSMEDIs ਨੇ। ਇਹ ਬਾਅਦ ਦੇ ਵਿੱਚ ਐਕਸਪਲੇਨ ਮੈਂ ਤੁਹਾਡੇ ਨੂੰ ਕਰਾਂਗਾ ਵੀ ਕਿਹੜਾ ਇੰਸਟੀਚਿਊਟ ਕੀ ਕੰਮ ਕਰਦਾ ਪਿਆ। ਬਹੁਤ ਜ਼ਰੂਰੀ ਟੌਪਿਕ ਹੈਗਾ। ਵਰਕਿੰਗ ਕੈਪੀਟਲ ਕਿਹਨੂੰ ਕਹਿੰਦੇ? 2 ਤਰ੍ਹਾਂ ਦੀਆਂ ਕੈਪੀਟਲਸ ਹੁੰਦੀਆਂ, ਇੱਕ ਵਰਕਿੰਗ ਕੈਪੀਟਲ ਹੁੰਦੀ ਆ, ਇੱਕ ਫਿਕਸਡ ਕੈਪੀਟਲ ਹੁੰਦੀ ਆ। ਵਰਕਿੰਗ ਕੈਪੀਟਲ ਉਹ ਆ ਜਿਹੜੀ ਸਾਨੂੰ ਰੂਟੀਨ ਦੇ ਵਿੱਚ ਕੰਮ ਕਰਨ ਦੇ ਲਈ, ਜਿਵੇਂ ਵੇਜਿਸ ਹੋ ਗਈਆਂ, ਓਵਰਟਾਈਮ ਹੋ ਗਿਆ, ਰਾਈਟ, ਰॉ ਮਟੀਰੀਅਲ ਖਰੀਦ ਹੋ ਗਈ, ਉਹ ਸ਼ਾਰਟ ਟਰਮ ਨੇ। ਸੋ ਇਹਦਾ ਆਨਸਰ ਜਿਹੜਾ ਸੀਗਾ ਉਹ ਸ਼ਾਰਟ ਟਰਮ ਐਸੈਟਸ ਸੀਗੇ। ਵਰਕਿੰਗ ਕੈਪੀਟਲ ਸ਼ਾਰਟ ਟਰਮ ਐਸੈਟਸ ਹੁੰਦੀ ਆ। PLC ਦਾ ਫੁੱਲ ਫਾਰਮ ਕੀ ਹੈਗੀ ਆ, ਪਹਿਲਾਂ ਹੀ ਮੈਂ ਡਿਸਕਸ ਕਿੰਨੀ ਵਾਰੀ ਕਰ ਲਿਆ, ਪ੍ਰੋਡਕਟ ਲਾਈਫ ਸਾਈਕਲ, ਪੇਪਰ ਦੇ ਵਿੱਚ ਹੀ ਉਹਦਾ ਆਨਸਰ ਸੀਗਾ। ਵਿਚ ਆਫ ਦੀ ਫੋਲੋਇੰਗ ਇਜ਼ ਦੀ ਕਸਟਮਰ ਬਾਇੰਗ ਬਿਹੇਵੀਅਰ। ਕੁਝ ਵੀ ਖਰੀਦਣ ਤੋਂ ਪਹਿਲਾਂ ਕਸਟਮਰ ਕਿੱਦਾਂ ਦਾ ਬਿਹੇਵੀਅਰ ਆਪਣੇ ਕੋਲ ਰੱਖਦਾ? ਐਜੂਕੇਸ਼ਨ, ਲੀਡਰਸ਼ਿਪ, number of products available, living habits. Which of the following is the customer buying behavior? ਇਹਦੇ ਵਿੱਚ ਆਨਸਰ ਥੋੜਾ ਜਿਹਾ ਮੈਨੂੰ ਲੱਗਦਾ ਮੈਂ ਕੁਐਸਚਨ ਕਿਸੇ ਹੋਰ ਤਰੀਕੇ ਦੇ ਨਾਲ ਇੱਥੇ ਲਿਖਿਆ ਹੋਇਆ, which of the education is not, a leadership is not, number of living habits। ਇਹਦੇ ਵਿੱਚ ਇਹੀ ਆਨਸਰ। ਲਿਵਿੰਗ ਹੈਬਿਟਸ ਜਿਹੜਾ ਹੈਗਾ ਆ ਉਹ ਇੱਕ ਬਾਇੰਗ ਬਿਹੇਵੀਅਰ ਆ, ਉਹਦਾ ਜੀਣ ਦਾ ਤਰੀਕਾ ਕਿੱਦਾਂ ਦਾ। ਐਜੂਕੇਸ਼ਨ ਕੋਈ ਕ੍ਰਾਈਟੇਰੀਆ ਨਹੀਂ ਹੈਗਾ, ਲੀਡਰਸ਼ਿਪ ਕੋਈ ਕ੍ਰਾਈਟੇਰੀਆ ਨਹੀਂ ਹੈਗਾ, ਕਿੰਨੇ ਪ੍ਰੋਡਕਟ ਮਾਰਕੀਟ ਦੇ ਵਿੱਚ ਅਵੇਲੇਬਲ ਆ ਇਹ ਕੋਈ ਕ੍ਰਾਈਟੇਰੀਆ ਨਹੀਂ ਹੈਗਾ। ਕ੍ਰਾਈਟੇਰੀਆ ਕੀ ਹੈ? ਉਹਦਾ ਲਿਵਿੰਗ ਸਟੈਂਡਰਡ ਕੀ ਹੈਗਾ ਆ, ਇਹ ਉਹਦਾ ਲਿਵਿੰਗ ਇੱਕ ਬਾਇੰਗ ਬਿਹੇਵੀਅਰ ਹੈਗਾ। ਨੈਕਸਟ ਇਜ਼ which of the following is not a part of 4P। ਇਹ ਵੀ ਮਾਰਕੀਟਿੰਗ 'ਚ ਮੈਂ ਤੁਹਾਡੇ ਨਾਲ ਕਰਾਂਗਾ। ਪਾਲਿਸੀ, ਪ੍ਰਮੋਸ਼ਨ, ਪ੍ਰੋਡਕਟ ਐਂਡ ਪਲੇਸ। ਇਹਦੇ ਵਿੱਚ ਇਹਦਾ ਨੋਟ ਕਰਕੇ ਉਹਨੇ ਪੁੱਛਿਆ ਹੋਇਆ, ਪਾਲਿਸੀ ਇਹਦਾ ਆਨਸਰ ਆਣਾ, ਰਾਈਟ। ਇੱਥੇ
ਪ੍ਰਾਈਜ਼ ਹੁੰਦਾ ਆ 4 P's ਹੁੰਦੀ ਆ ਪ੍ਰਾਈਜ਼ ਪ੍ਰੋਮੋਸ਼ਨ ਪ੍ਰੋਡਕਟ ਐਂਡ ਪਲੇਸ ਪ੍ਰਾਈਜ਼ ਮੈਂ ਵਿੱਚ ਨਹੀਂ ਲਿਖਿਆ ਹੋਇਆ ਸੋ ਪਾਲਿਸੀ ਹੈਗਾ ਪਾਲਿਸੀ ਇਹਦਾ ਆਨਸਰ ਹੈਗਾ ਸੋ ਇਹ ਵੀ ਮੈਂ ਕੁਆਲਿਟੀ ਦੇ ਵਿੱਚ ਤੁਹਾਨੂੰ ਕਿਹਾ ਸੀਗਾ Q = P ਓਵਰ E ਪਰਫਾਰਮੈਂਸ ਓਵਰ ਐਕਸਪੈਕਟੇਸ਼ਨਸ ਇਹ ਡੈਫੀਨੇਸ਼ਨ ਜਿਹੜੀ ਹੈਗੀ ਆ ਉਹ ISO ਦੀ ਹੈ ਫਿਰ P ਇਹਦਾ ਆਨਸਰ ਸੀਗਾ ਹਾਊ ਮੈਨੀ ਕੁਆਲਿਟੀ ਟੂਲਸ ਸਾਰਿਆਂ ਨੇ ਠੀਕ ਕੀਤਾ 7 ਕੁਆਲਿਟੀ ਟੂਲਸ ਬਹੁਤ ਬੱਚਿਆਂ ਨੇ ਮੇਰੇ ਖਿਆਲ ਮੈਜੋਰਿਟੀ ਆਫ ਸਟੂਡੈਂਟਸ ਨੇ ਠੀਕ ਕੀਤਾ ਸੀਗਾ ਸੋ ਕਾਜ਼ ਐਂਡ ਇਫੈਕਟ ਡਾਇਗਰਾਮ ਨੂੰ ਇਸ਼ੀਕਾਵਾ ਡਾਇਗਰਾਮ ਕਹਿੰਦੇ ਆ ਮੈਂ ਬੜੀ ਡਿਟੇਲ ਦੇ ਵਿੱਚ ਤੁਹਾਨੂੰ ਪੜ੍ਹਾਈ ਸੀਗੀ ਇਹ ਵੀ ਬਹੁਤ ਜ਼ਿਆਦਾ ਬੱਚਿਆਂ ਨੇ ਠੀਕ ਕੀਤਾ which of the following is the other name of quality circle ਇਹ ਮੈਂ ਕੁਆਲਿਟੀ ਸਰਕਲ ਦੇ ਦੂਸਰੇ ਨਾਮ ਪੜ੍ਹਾਏ ਸੀਗੇ ਇਹਦੇ ਵਿੱਚ ਹੀ ਆਪਾਂ ਕੀਤਾ ਸੀਗਾ ਗ੍ਰੇਟ ਸਰਕਲਸ ਜਿਹੜਾ ਹੈਗਾ ਉਹ ਨੋਟ ਕਰਕੇ ਦੇਖੋ ਕੁਐਸਚਨ ਕਾਫੀ ਪੁੱਛੇ ਗਏ ਆ ਗ੍ਰੇਟ ਸਰਕਲ ਉਹਦਾ ਨਾਮ ਨਹੀਂ ਹੈਗਾ ਬਾਕੀ ਸਾਰੇ ਕੁਆਲਿਟੀ ਸਰਕਲ ਦੇ ਨੇਮ ਹੀ ਹੈਗੇ ਰਾਈਟ ਸੋ ਇਹ PDCA ਮੈਂ ਤੁਹਾਨੂੰ ਸਾਰਿਆਂ ਨੇ ਕਰਵਾਇਆ ਸੀਗਾ ਵੀ ਕੀ ਸਾਈਕਲ ਹੈਗਾ that is PDCA plan do check and act vibration and noise come under which category right ਸੋ ਅਲੱਗ-ਅਲੱਗ ਇੱਕ ਹੈਜ਼ਾਰਡਸ ਨੇ ਇੰਡਸਟਰੀਅਲ ਹੈਜ਼ਾਰਡਸ ਜਲਦੀ ਆਪਾਂ ਚੈਪਟਰ ਇਹ ਵੀ ਤਿਆਰ ਕਰਦੇ ਪਏ ਆ ਕਿਸੇ ਹੋਰ ਟੀਚਰਸ ਜਿਹੜੇ ਉਹ ਇਹਦੇ ਤੇ ਲੱਗੇ ਹੋਏ ਆਪਾਂ ਡਿਸਕਸ ਕਰਾਂਗੇ ਤੁਹਾਡੇ ਨਾਲ ਅਲੱਗ-ਅਲੱਗ ਤਰ੍ਹਾਂ ਦੇ ਹੈਜ਼ਾਰਡਸ ਹੁੰਦੇ ਉਹਦੇ ਵਿੱਚ ਕਿਹੜੇ-ਕਿਹੜੇ ਫਾਲ ਕਰਦੇ ਨੇ ਫਿਜ਼ੀਕਲ ਹੈਜ਼ਾਰਡ ਫਿਲਹਾਲ ਇਹਦਾ ਆਨਸਰ ਜਿਹੜਾ ਸੀਗਾ ਉਹ ਫਿਜ਼ੀਕਲ ਹੈਜ਼ਾਰਡਸ ਉਹਦਾ ਆਨਸਰ ਸੀਗਾ ਅਰਥ ਦੀਆਂ ਲੇਅਰਸ ਕਿਹੜੀਆਂ-ਕਿਹੜੀਆਂ ਤੁਸੀਂ 10th ਦੇ ਵਿੱਚ 8th ਦੇ ਵਿੱਚ ਵੀ ਪੜਿਆ ਹੋਇਆ ਇਹ ਕਿਹੜੀਆਂ-ਕਿਹੜੀਆਂ ਲੇਅਰ ਉੱਪਰਲੀ ਲੇਅਰ ਨੂੰ ਕਰਸਟ ਕਿਹਾ ਜਾਂਦਾ ਰਾਈਟ ਸੋ ਇਹਦਾ ਆਨਸਰ ਜਿਹੜਾ ਸੀਗਾ ਉਹ ਕਰਸਟ ਸੀ ਵਿਚ ਗੈਸ ਇਜ਼ ਪ੍ਰੈਜ਼ੈਂਟ ਐਟਮੋਸਫੀਅਰ ਦੇ ਵਿੱਚ ਸਭ ਤੋਂ ਜ਼ਿਆਦਾ ਗੈਸ ਕਿਹੜੀ ਆ ਸਾਰੇ ਬੱਚਿਆਂ ਨੇ ਕਿੰਨਿਆਂ ਨੇ ਕਰ ਦਿੱਤਾ ਆਕਸੀਜਨ ਹੁੰਦੀ ਆਕਸੀਜਨ ਨਹੀਂ ਹੁੰਦੀ ਸਭ ਤੋਂ ਜ਼ਿਆਦਾ ਨਾਈਟ੍ਰੋਜਨ ਹੁੰਦੀ ਆ 78% ਦੇ ਆਸ-ਪਾਸ ਰਾਈਟ ਨਾਈਟ੍ਰੋਜਨ ਸਭ ਤੋਂ ਜ਼ਿਆਦਾ ਹੈ ਹੁਣ ਆ ਇੱਕ ਮੈਂ ਪੁੱਛਦਾ ਪਿਆ ਕੁਐਸਚਨ ਇਹ ਜਿਹੜਾ ਕੁਐਸਚਨ ਐਗਜ਼ਾਮੀਨਰ ਨੇ ਤੁਹਾਨੂੰ ਪੁੱਛਿਆ ਆ ਇਹ ਅਲੱਗ-ਅਲੱਗ ਐਟਮੋਸਫੀਅਰ ਦੀਆਂ ਲੇਅਰਸ ਨੇ ਇਹ ਵੀ ਐਟਮੋਸਫੀਅਰ ਦਾ ਚੈਪਟਰ ਤੁਹਾਨੂੰ ਸਟਾਰਟ ਕਰਨਾ ਹੈ ਕਈ ਸਾਡੇ ਜਿਹੜੇ ਨਾਲ ਦੇ ਸਾਥੀ ਤਿਆਰ ਕਰ ਰਹੇ ਆ ਫਿਲਹਾਲ ਇਹ ਤੁਸੀਂ ਮਾਈਂਡ 'ਚ ਰੱਖਣਾ ਉਹ ਸਟ੍ਰੈਟੋਸਫੀਅਰ ਸੀਗਾ ਆਨਸਰ ਰਾਈਟ 18 ਕਿਲੋਮੀਟਰ ਤੱਕ ਸਟ੍ਰੈਟੋਸਫੀਅਰ ਤੋਂ ਉੱਤੇ ਫਿਰ ਸਾਡੇ ਐਰੋਪਲੇਨ ਉੱਡਦੇ ਨੇ ਰਾਈਟ ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਅ ਗ੍ਰੀਨ ਹਾਊਸ ਇਫੈਕਟ ਵੀ ਹੈਗਾ ਕੁਝ ਗੈਸਿਸ ਇਦਾਂ ਦੀਆਂ ਨੇ ਜਿਹੜੀਆਂ ਸਨ ਰੇਜ਼ ਜਿਹੜੀ ਉਹਦੀ ਹੀਟ ਨੂੰ ਅੰਦਰ ਤਾਂ ਆਣ ਦਿੰਦੀਆਂ ਪਰ ਉਹਨੂੰ ਬਾਹਰ ਨਹੀਂ ਮੁੜ ਕੇ ਨਿਕਲਣ ਦਿੰਦੀਆਂ ਰਾਈਟ ਹੁਣ ਜਿਹੜੇ ਬਾਹਰ ਨਿਕਲਦੀ ਗੈਸ ਉਹਦੀ ਹੀਟ ਕਿਸੇ ਦੀ ਚੀਜ਼ ਦੀ ਬਾਹਰ ਨਹੀਂ ਨਿਕਲ ਜੂਗੀ ਆਪਾਂ ਦੱਬ ਵੀ ਦਵਾਂਗੇ ਕੀ ਹੋਊਗਾ ਉਹਦੇ ਨਾਲ ਅਰਥ ਟੈਂਪਰੇਚਰ ਵਧੂਗਾ ਜਿਹਦੇ ਨਾਲ ਗਲੋਬਲ ਵਾਰਮਿੰਗ ਵੱਧਦੀ ਆ ਉਹ ਸਾਰੀਆਂ ਇਹ ਗੈਸਾਂ ਜਿਹੜੀਆਂ ਹੈਗੀਆਂ ਉਹ ਇਹ ਗ੍ਰੀਨ ਹਾਊਸ ਗੈਸਿਸ ਨੇ ਇਹ ਕਾਰਬਨ ਮੋਨੋਆਕਸਾਈਡ ਇਹ ਕੰਮ ਨਹੀਂ ਕਰਦੀ ਰਾਈਟ ਸੋ ਅੱਜ ਚੈਪਟਰ ਵੀ ਹੋ ਗਿਆ ਮੇਰਾ ਸੋ ਸਾਰੇ ਸਟੂਡੈਂਟਸ ਜਿਹੜੇ ਹੈਗੇ ਆ